ਪਹਿਲਾ ਸਵਾਲ ਤਾਂ ਇਹ ਆ ਵੀ ਕਣਕ ਕਿਉਂ ਬੰਦ ਕਰਨੀ ਆ, ਦੱਸੋ ਮੈਨੂੰ। ਜੇ ਉਹ ਕੁਝ ਵੀ ਖਾਣਾ, ਉਹਨੇ ਰੋਟੀ ਵੀ ਖਾਣੀ, ਉਹਨੂੰ ਚੂਰ ਕੇ ਦੇ ਦਿਓ ਵੀ ਹੱਥ ਨਾਲ ਖਾਣੀ। ਪੰਜਵੇਂ ਛੇਵੇਂ ਦਿਨ ਬੱਚੇ ਦੀ ਖੁਰਾਕ ਜੇ ਅੱਧੀ ਰੋਟੀ ਖਾਂਦਾ ਤਾਂ 1.5 ਰੋਟੀ ਤੇ ਪਾਉਣ। ਅਸਲ 'ਚ ਲੋਕ ਚੱਲਦੇ ਨੇ ਘੜੀ ਦੇ ਹਿਸਾਬ ਨਾਲ ਵੀ ਅਸੀਂ ਸਵੇਰੇ 8 ਵਜੇ ਖਾ ਲਿਆ, ਇੰਨੇ ਵਜੇ ਆਫਿਸ ਚਲੇ ਗਏ, ਇੰਨੇ ਵਜੇ ਲੰਚ ਹੋ ਗਿਆ, ਹੁਣ ਖਾਣਾ ਜਿਹੜਾ ਖਾਣ ਦਾ ਸਿਸਟਮ ਆ ਉਹ ਕਿਉਂ ਕਿਹਾ ਜਾਂਦਾ ਵੀ ਸੂਰਜ ਛਿਪਣ ਤੋਂ ਬਾਅਦ ਨਹੀਂ ਖਾਣਾ ਚਾਹੀਦਾ। ਜਿਹੜੇ ਲੋਕ ਰੋਜ਼ ਹੇਠਾਂ ਬੈਠ ਕੇ ਰੋਟੀ ਖਾਂਦੇ ਹੋਣਗੇ, ਸਪੋਜ਼ ਮੈਂ ਇਕੱਲਾ ਤਾਂ ਮੈਂ ਹੇਠਾਂ ਬੈਠ ਕੇ ਰੋਟੀ ਖਾ ਲੂੰਗਾ। ਜਦੋਂ 4 ਰਿਸ਼ਤੇਦਾਰ ਆ ਗਏ ਤਾਂ ਅਸੀਂ ਕਹਾਂਗੇ ਵੀ ਡਾਈਨਿੰਗ ਟੇਬਲ ਤੇ ਲਾਓ ਰੋਟੀ ਖਾਣੇ। ਜਦੋਂ ਸਾਨੂੰ ਨਾ ਫੈਸ਼ਨ ਹੁੰਦਾ, ਹੁਣ ਤੁਸੀਂ ਇੱਕ ਸੋਚ ਕੇ ਦੇਖੋ, ਮੈਂ ਰੋਜ਼ ਦਾਤਣ ਕਰਦਾ, ਮੈਨੂੰ ਕਿੱਕਰ ਵੀ ਲੱਭ ਜਾਂਦੀ ਹੈ। ਜੇ ਇੱਥੇ ਮੈਂ ਕਿਸੇ ਨੂੰ ਦੱਸਦਾ, ਉਹ ਕਹਿੰਦਾ ਜੀ ਹੁਣ ਕਿਹੜੀਆਂ ਕਿੱਕਰਾਂ। ਕਿਸੇ ਦਾ ਪੇਟ ਦਰਦ ਹੋ ਰਿਹਾ, ਜੇ ਉਹ 2 ਦਿਨ ਹੋ ਰਿਹਾ, ਸਪੋਜ਼ ਉਹ ਅਜਵਾਇਣ ਉਬਾਲ ਕੇ ਪੀ ਰਿਹਾ, ਕੋਈ ਰਿਸ਼ਤੇਦਾਰ ਆ ਗਿਆ, ਉਹਨੇ ਪਤਾ ਕੀ ਕਹਿਣਾ ਵੀ ਆਹ ਕੀ ਕਰਦੇ ਹੋ ਯਾਰ, ਹਾਂ ਸਹੀ ਹੈ, ਚੰਗੇ ਡਾਕਟਰ ਨੂੰ ਦਿਖਾਓ। ਉਹ ਸਾਰੀਆਂ ਚੀਜ਼ਾਂ, ਕਿਉਂਕਿ ਅਸੀਂ ਕੁਦਰਤ ਨਾਲ ਜੁੜਨਾ ਨਹੀਂ ਚਾਹੁੰਦੇ। ਤੁਸੀਂ ਹੱਥ ਤੇ ਰੱਖ ਕੇ, ਉਕੜੂ ਬੈਠ ਕੇ, ਪੈਰਾਂ ਭਾਰ ਬੈਠ ਕੇ, ਉਹਦੇ ਤੇ ਅਚਾਰ ਰੱਖ ਕੇ ਉਹ ਰੋਟੀ ਖਾਣੀ ਸ਼ੁਰੂ ਕਰ ਦਿਓ, ਤੰਦਰੁਸਤੀ ਤੁਹਾਡੀ ਡਬਲ ਹੋਣੀ ਸ਼ੁਰੂ ਹੋ ਜਾਊਗੀ। ਨਹੀਂ ਚਾਹ ਨਹੀਂ, ਸਵੇਰੇ ਚਾਹ ਨਹੀਂ, ਨਾ ਦੁੱਧ ਲੈਣਾ ਸਵੇਰੇ। ਸਵੇਰੇ ਅਸੀਂ ਜੂਸ ਪੀ ਸਕਦੇ। ਤੁਹਾਨੂੰ ਵਿਆਹ ਦੇ ਵਿੱਚ ਬੁਲਾਇਆ ਜਾਂਦਾ, ਬੜੇ ਸਤਿਕਾਰ ਨਾਲ ਬੁਲਾਇਆ ਜਾਂਦਾ, ਤੁਹਾਨੂੰ ਕਹਿ ਕੇ ਆਇਆ ਜਾਂਦਾ ਵੀ ਸਣੇ ਪਰਿਵਾਰ ਆਇਓ ਜੀ। ਪਰ ਮੈਂ ਕਹਿਣਾ ਹੁੰਦਾ ਵੀ ਤੁਸੀਂ ਸਣੇ ਪਰਿਵਾਰ ਬੁਲਾਉਂਦੇ ਹੋ ਵੀ ਸਾਰਿਆਂ ਨੂੰ ਬਿਮਾਰ ਕਰ ਦਿਓ। ਜੇ ਹੁਣ ਤੁਸੀਂ 5000 ਦੇ ਪਟਾਕੇ ਚਲਾਉਣੇ ਨੇ ਤਾਂ 500 ਦੀ ਦਵਾਈ ਨਾਲ ਨਹੀਂ ਸਰਨਾ, 50,000 ਦੀ ਦਵਾਈ ਚਾਹੀਦੀ ਆ ਵੀ ਅਸੀਂ ਉਹਨਾਂ ਨੂੰ ਪਾ ਦਾਂਗੇ, ਸੂਰਾਂ ਨੂੰ ਪਾ ਦਾਂਗੇ ਜਾਂ ਹੋਰ ਨੂੰ। ਅਸੀਂ ਉਹਦੇ ਨਾਲੋਂ ਵੀ ਸੁਚੇਤ ਨਹੀਂ ਹੈਗੇ। ਕਿਤੇ ਨਿੰਮ ਲਾ ਦਾਂ, ਕਿਤੇ ਟਾਹਲੀ ਲਾ ਦਾਂ, ਕਿਉਂਕਿ ਅਸੀਂ ਕੁਦਰਤ ਤੋਂ ਲੈਣਾ ਜਾਣਦੇ ਹਾਂ, ਦੇਣਾ ਨਹੀਂ ਜਾਣਦੇ। ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਬ ਸਿੰਘ ਸਿੱਧੂ ਤੁਹਾਡੇ ਨਾਲ ਸਾਂਝ ਪਾ ਰਿਹਾ ਸਿਹਤ ਦੇ ਬਾਰੇ। ਕਿਹਾ ਜਾਂਦਾ ਹੈ ਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ, ਪਰ ਸਿਹਤ ਤੋਂ ਪਹਿਲਾਂ ਸਿਹਤ ਦੀ ਸੰਭਾਲ ਜ਼ਰੂਰੀ ਹੈ। ਇਹਨੂੰ ਸਾਹਮਣਾ ਕਿਵੇਂ, ਇਹ ਸੋਚ ਜ਼ਰੂਰੀ ਹੈ। ਅਤੇ ਇਸ ਸੋਚ ਦੇ ਨਾਲ ਇੱਕ ਇਤਿਹਾਸ ਜੁੜਿਆ, ਇੱਕ ਵਿਚਾਰ ਜੁੜੇ ਨੇ। ਵਿਚਾਰ ਤਾਂ ਆਉਣਗੇ ਜੇ ਮਨ ਨਿਰੋਗ ਹੋਊਗਾ, ਅਰੋਗ ਹੋਊਗਾ। ਅਤੇ ਇਹ ਸਾਰੀਆਂ ਗੱਲਾਂ ਤਾਂ ਹੁੰਦੀਆਂ ਨੇ ਜਦੋਂ ਅਸੀਂ ਇੱਕ ਬਿਮਾਰੀ ਨੂੰ ਹਟਾਉਣ ਦੇ ਵਾਸਤੇ ਯਤਨ ਕਰਦੇ ਹਾਂ। ਅਤੇ ਕਈ ਵਾਰੀ ਇਹ ਹੁੰਦਾ ਹੈ, ਜਿਹੜੀਆਂ ਸਾਡੀਆਂ ਇਲਾਜ ਪ੍ਰਣਾਲੀਆਂ ਚੱਲਦੀਆਂ ਉਹ ਬੜੀਆਂ ਗੁੰਝਲਦਾਰ ਨੇ। ਉਹ ਕਹਿੰਦੇ ਆ ਕਿ ਮਰਜ਼ ਵੜਤਾ ਗਿਆ ਜੂੰ ਦਬਾ ਕੇ, ਪਰ ਅਸੀਂ ਮਰਜ਼ ਹਟਾਉਣ ਦੀ ਗੱਲ ਕਰਨੀ ਹੈ, ਟੈਨਸ਼ਨ ਘਟਾਉਣ ਦੀ ਗੱਲ ਕਰਨੀ ਹੈ। ਵੈਦ ਸ਼ਿਵ ਕੁਮਾਰ ਸੂਦ, ਜਦੋਂ ਕਿਤੇ ਇਹ ਨਾਂ ਆਉਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ, ਲੱਖਾਂ ਫੋਲੋਅਰ ਨੇ ਇਹਨਾਂ ਦੇ, ਤਾਂ ਇੱਕ ਰਿਸਪੈਕਟ ਹੈ ਜਾਂ ਫਿਰ ਇਹ ਡੈਡੀਕੇਸ਼ਨ ਹੈ ਜਿਹੜਾ 20 ਸਾਲ ਤੋਂ ਇਹ ਆਪਣੇ ਦਵਾਖਾਨੇ ਤੋਂ, ਆਪਣੀ ਫਾਰਮੇਸੀ ਤੋਂ ਸਮਾਜ ਦੇ ਵਾਸਤੇ, ਸਿਹਤਮੰਦ ਸਮਾਜ ਸਿਰਜਣ ਦੇ ਵਾਸਤੇ ਯਤਨਸ਼ੀਲ ਨੇ। ਅੱਜ ਵੈਦ ਜੀ ਹੋਰਾਂ ਨੂੰ ਫੜਨਾ ਸੌਖਾ ਨਹੀਂ ਹੈ, ਸੱਚੀ ਰੇਡ ਕੀਤੀ ਹੈ। ਅਤੇ ਕੁਛ ਕੁ ਗੱਲਾਂ ਬਾਤਾਂ ਕਰਦੇ ਹਾਂ। ਗਲੀ ਸੇ ਗੁਜਰਾ ਤਾਂ ਸੋਚਾ ਸਲਾਮ ਕਰਤਾ ਚਲੋ। ਵੈਦ ਜੀ ਇਹ ਤਾਂ ਬਹੁਤ ਸਾਰੇ ਲੋਕ ਕਹਿੰਦੇ ਹੁੰਦੇ ਆ, ਅਤੇ ਪਰ ਇੱਕ ਗੱਲ ਹੋਰ ਵੀ ਹੁੰਦੀ ਹੈ ਜੇ ਪੰਜਾਬੀ 'ਚ ਕਰਨੀ ਹੋਵੇ, ਕਹਿੰਦਾ ਘਰ ਤੇਰਾ ਲੱਭ ਲਾਂਗੇ, ਸਾਨੂੰ ਨਾਂ ਦੱਸ ਜਾ ਮੁਟਿਆਰੇ। ਅਤੇ ਵੈਦ ਜੀ, ਪਰ ਤੁਹਾਡੇ ਵਰਗੇ ਬੰਦਿਆਂ ਨੂੰ ਲੱਭਣ ਦੇ ਵਾਸਤੇ ਤਰੱਦਦ ਕਰਨਾ ਪੈਂਦਾ, ਟਾਈਮ ਲੈਣਾ ਪੈਂਦਾ। ਔਰ ਸੱਚੀ, ਕਿਉਂਕਿ ਜਦੋਂ ਆਯੁਰਵੇਦਾ ਦੀ ਗੱਲ ਕਰਦੇ ਹਾਂ ਜਾਂ ਅਸੀਂ ਉਸ ਵਿਧੀ ਵਿਧਾਨ ਦੀ ਗੱਲ ਕਰਦੇ ਹਾਂ, ਉਹ ਸਿਹਜਾਬ ਰੱਖਦਾ, ਉਹਦੇ ਵਾਸਤੇ ਬੜਾ ਕੁਝ ਕਰਨਾ ਪੈਂਦਾ। ਅਤੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ, ਫਿਰ ਗੱਲ ਨੂੰ ਤੋਰਦੇ ਹਾਂ ਅੱਗੇ। ਬਹੁਤ ਧੰਨਵਾਦ ਤੁਹਾਡਾ, ਅਤੇ ਤੁਸੀਂ ਬੜਾ ਕੀਮਤੀ ਟਾਈਮ ਦੇ ਕੇ ਸਾਡੇ ਨਾਲ ਜੁੜੇ ਜੀ। ਜਦੋਂ ਟਾਈਮ ਕੀਮਤੀ ਤਾਂ ਚਲੋ ਹੁੰਦਾ ਹੀ ਆ, ਜਦੋਂ ਹੁੰਦਾ ਨਾ ਸਾਨੂੰ ਕੋਈ ਵੀ ਸੇਵਾ ਦਾ ਮੁੱਦਾ ਆ, ਜਿਵੇਂ ਹੁਣ ਇੱਕ ਗੱਲ ਆ, ਜਿਹੜੀਆਂ ਗੱਲਾਂ ਆਪਾਂ ਅੱਜ ਕਰਾਂਗੇ ਸਿਹਤ ਬਾਰੇ, ਜੇ ਕੋਈ ਇੱਕ ਗੱਲ ਨੂੰ ਵੀ ਅਡੋਪਟ ਕਰ ਲੈਂਦਾ ਆ ਤਾਂ ਅਸੀਂ ਸੋਚਦੇ ਹਾਂ ਵੀ ਕਿਤੇ ਨਾ ਕਿਤੇ ਸਫਲ ਹੋ ਗਏ ਆ। ਬਿਲਕੁਲ ਜੀ। ਦੇਖੋ, ਸਿਹਤ ਸਭ ਤੋਂ ਜ਼ਰੂਰੀ ਹੈ। ਅਕਸਰ ਇਹ ਆ ਕਿ ਜਾਨ ਹੈ ਤਾਂ ਜਹਾਨ ਹੈ। ਬਿਲਕੁਲ। ਅਤੇ ਇਹ ਜਾਨ ਜੇ ਸਿਹਤਮੰਦ ਹੋਵੇ, ਜਾਨ 'ਚ ਜਾਨ ਹੋਵੇ, ਅਤੇ ਫਿਰ ਜਾਣ ਕਹਿਣ ਦੀ ਲੋੜ ਨਹੀਂ ਹੁੰਦੀ, ਆਉਣ ਜਾਣ ਬਣਿਆ ਰਹਿੰਦਾ ਜ਼ਿੰਦਗੀ ਦਾ। ਸੋ ਗੱਲ ਜਦੋਂ ਸਿਹਤ ਦੀ ਚੱਲਦੀ ਹੈ, ਸਿਹਤਮੰਦ ਹੋਣ ਦੀ ਚੱਲਦੀ ਹੈ, ਅਤੇ ਖਾਈਏ ਕੀ, ਕਦੋਂ ਖਾਈਏ, ਕਿੰਨਾ ਖਾਈਏ, ਇਹ ਸਾਰੀਆਂ ਗੱਲਾਂ ਚੱਲਦੀਆਂ। ਅਤੇ ਅੱਜ ਡਾਕਟਰ ਸਾਹਿਬ ਤੋਂ ਇਹੀ ਪੁੱਛਦੇ ਹਾਂ, ਕੀ ਖਾਈਏ ਅਤੇ ਕੀ ਨਾ ਖਾਈਏ। ਹਾਂਜੀ ਵੈਦ ਜੀ, ਆਪਾਂ ਕਿੱਥੋਂ ਗੱਲ ਸ਼ੁਰੂ ਕਰੀਏ ਕਿ ਸਿਹਤ ਸੱਚੀ ਸਿਹਤਯਾਬ ਹੋ ਜਾਏ? ਬਿਲਕੁਲ, ਸਿਹਤ ਸੱਚੀ ਸਿਹਤਯਾਬ ਹੋ ਜਾਵੇ ਤਾਂ ਕੁਛ ਨਾ ਸਾਨੂੰ ਪੈਰਾਮੀਟਰਸ ਲਾਈਫ ਦੇ ਬਣਾਉਣੇ ਪੈਂਦੇ ਨੇ ਜੀ। ਸਾਡੀ ਸਿਹਤ ਵਿਗੜਦੀ ਕਿਉਂ ਆ? ਸਮੁੱਚਾ ਜਿਹੜਾ ਸਾਡਾ ਆਹਾਰ ਸਿਸਟਮ ਆ, ਜਿਵੇਂ ਅਸੀਂ ਖਾਣਾ ਖਾਂਦੇ ਆ, ਖਾਣਾ ਖਾਣ ਨਾਲ ਸਾਡੀ ਸਿਹਤ ਉਹਦੇ ਨਾਲ ਤਾਲੁਕ ਰੱਖਦੀ ਹੈ ਬਹੁਤ ਗਹਿਰੇ ਤੱਕ। ਤਾਂ ਖਾਣਾ ਨੈਚੁਰਲੀ ਆ ਵੀ ਸਾਡੇ ਪੇਟ ਦੇ ਥਰੂ ਸਾਡੇ ਸਰੀਰ ਨੂੰ ਮਿਲਣਾ, ਪੰਜ ਭੌਤਿਕ ਸਰੀਰ ਆ ਜਿਹੜਾ, ਇਹ ਖਾਣ ਤੋਂ ਬਣਨਾ ਸਾਡਾ। ਉਹਦੇ 'ਚ ਮੇਨ ਕੰਮ ਆ ਜਿਹੜਾ ਸਾਡਾ ਲੀਵਰ ਦਾ, ਮਿਹਦੇ ਦਾ, ਉਹਨੇ ਉਸ ਚੀਜ਼ ਨੂੰ ਪਚਾ ਕੇ ਫਿਰ ਸਾਨੂੰ ਤੰਦਰੁਸਤੀ ਬਖਸ਼ਣੀ ਆ। ਜੇ ਅਸੀਂ ਉਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਅਸੀਂ ਤੰਦਰੁਸਤ ਹੋ ਜਾਵਾਂਗੇ। ਤੁਸੀਂ ਜਿਹੜੀ ਪਹਿਲਾਂ ਗੱਲ ਕੀਤੀ ਆ ਵੀ ਮਨ ਵੱਲੋਂ ਵੀ ਬੰਦਾ ਅਰੋਗ ਚਾਹੀਦਾ,
ਫਿਰ ਉਹ ਕੁਝ ਪੈਰਾਮੀਟਰ ਨੇ, ਜਿਵੇਂ ਅਸੀਂ ਸਾਡਾ ਜਿਹੜਾ ਦੇਖਣਾ ਉਹ ਵੀ ਸਾਡਾ ਆਹਾਰ ਆ, ਅਸੀਂ ਇਹਦੇ ਨਾਲ ਵੀ ਗ੍ਰਹਿਣ ਕਰਦੇ ਆ। ਸੁਣਨ ਨਾਲ ਵੀ ਅਸੀਂ ਮਾੜੀਆਂ ਚੀਜ਼ਾਂ ਸੁਣਨ ਨਾਲ ਵੀ ਗ੍ਰਹਿਣ ਕਰਦੇ ਆ। ਉਹ ਚੀਜ਼ਾਂ ਚਲੋ ਆਪਾਂ ਸੈਕੰਡਰੀ 'ਚ ਰੱਖ ਲੈਂਦੇ ਆ, ਪਰ ਪਹਿਲਾਂ ਜਿਹੜਾ ਅਸੀਂ ਖਾਣ ਪੀਣ ਦਾ ਆ ਸਭ ਤੋਂ ਜ਼ਰੂਰੀ, ਉਹਨੂੰ ਸਾਨੂੰ ਧਿਆਨ 'ਚ ਰੱਖਣਾ ਪੈਂਦਾ ਸਿਹਤ ਲਈ। ਜੀ ਵੈਸੇ ਜੀ ਫਿਰ ਸਾਰੀਆਂ ਗੱਲਾਂ ਹਨਾ, ਪੇਟ ਨਾ ਪਈਆਂ ਰੋਟੀਆਂ ਤੇ ਸਾਰੀਆਂ ਗੱਲਾਂ ਖੋਟੀਆਂ ਅਕਸਰ ਕਿਹਾ ਜਾਂਦਾ। ਪੇਟ ਸਾਰੀਆਂ ਬਿਮਾਰੀਆਂ ਦੀ ਜੜ ਵੀ ਹੈ ਤੇ ਸਿਹਤਮੰਦ ਰੱਖਣ ਦੇ ਵਾਸਤੇ ਧੁਰਾ ਵੀ ਹੈ। ਐਕਸਲ ਆਫ ਲਾਈਫ ਵੀ ਆਪਾਂ ਇਹਨੂੰ ਕਹਿ ਸਕਦੇ, ਜ਼ਿੰਦਗੀ ਇਹਦੇ ਦੁਆਲੇ ਘੁੰਮਦੀ ਹੈ। ਜੀ ਤੇ ਆਯੁਰਵੇਦ ਕਿੱਥੇ ਕਿੱਥੇ ਘੁੰਮਦਾ ਕਿ ਪੇਟ ਸਿਹਤਯਾਬ ਹੋਊਗਾ ਤੇ ਜਾਂ ਫਿਰ ਪੇਟ ਤੰਦਰੁਸਤ ਹੋਊਗਾ, ਨਿਰੋਗ ਹੋਊਗਾ, ਅਰੋਗ ਹੋਊਗਾ। ਵੀ ਰੋਗ ਪੇਟ ਕਿਵੇਂ, ਆਪਾਂ ਉਹਨੂੰ ਇਹ ਪੈਰਾਮੀਟਰ ਆਪਾਂ ਪੁੱਛਣਾ ਚਾਹੁੰਦੇ ਹਾਂ। ਲਗਭਗ ਇੱਥੇ ਹੀ ਆਪਾਂ ਜੇ ਗੱਲ ਕਰੀਏ ਕਿ ਪੇਟ ਅਕਸਰ ਜੇ ਅਸੀਂ ਬਿਮਾਰੀਆਂ ਦੀ ਗੱਲ ਕਰਾਂਗੇ ਤਾਂ ਪੇਟ ਹੈ ਸਭ ਤੋਂ ਪਹਿਲਾਂ, ਵੀ ਉਹ ਪੇਟ ਹੈ ਉਹ ਜੇ ਤੰਦਰੁਸਤ ਰਹੂਗਾ ਤਾਂ ਫਿਰ ਜ਼ਿੰਦਗੀ ਦੇ ਵਿੱਚ ਬੜਾ ਕੁਝ ਹੋ ਸਕਦਾ ਹੈ। ਬਿਲਕੁਲ। ਪੇਟ ਤੰਦਰੁਸਤ ਰੱਖਣ ਲਈ ਜਿਹੜਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਖਾਣ ਪੀਣ ਨੂੰ ਸਾਨੂੰ ਧਿਆਨ 'ਚ ਰੱਖਣਾ ਪਊਗਾ। ਇੱਕ ਤਾਂ ਸਭ ਤੋਂ ਜ਼ਰੂਰੀ ਹੈ ਜਿਹੜਾ ਰੋਂਗ ਫੂਡ ਮਿਕਸਿੰਗ, ਜੀ ਵੀ ਅਸੀਂ ਕਿਹੜਾ ਪਦਾਰਥ ਖਾਣ ਤੋਂ ਬਾਅਦ ਦੂਜਾ ਕਿਹੜਾ ਪਦਾਰਥ ਗ੍ਰਹਿਣ ਕਰਨਾ, ਉਹਦੇ 'ਚ ਕਿੰਨਾ ਵਕਫਾ ਚਾਹੀਦਾ। ਜੇ ਸਾਨੂੰ ਕੋਈ ਫੇਰ ਵੀ ਦਿੱਕਤ ਆਉਂਦੀ ਹੈ ਤਾਂ ਸਾਨੂੰ ਕਿਵੇਂ ਉਹਨੂੰ ਪਹਿਚਾਨਣਾ ਆ, ਜੀ ਵੀ ਸਾਨੂੰ ਕੋਈ ਪ੍ਰੋਬਲਮ ਆ, ਸਾਨੂੰ ਪਤਾ ਕਿਵੇਂ ਲੱਗੇ। ਸਭ ਤੋਂ ਪਹਿਲਾਂ ਆਮ ਜਿਹੜੇ ਦਵਾਖਾਨੇ ਤੇ ਮਰੀਜ਼ ਆਉਂਦੇ ਨੇ ਉਹਨਾਂ ਦੀ ਸ਼ਿਕਾਇਤ ਹੁੰਦੀ ਆ ਵੀ ਵੈਦ ਜੀ ਖਾਣਾ ਖਾ ਲੈਂਦੇ ਆ, ਪੇਟ ਭਾਰੀ ਹੋ ਜਾਂਦਾ। ਪੇਟ ਭਾਰੀ ਹੋ ਜਾਂਦਾ, ਇਟ ਮੀਨਸ ਡਾਈਜੈਸਟਿਵ ਸਿਸਟਮ ਕਿਤੇ ਨਾ ਕਿਤੇ ਸਲੋ ਹੋ ਗਿਆ, ਜਾਂ ਜਠਰ-ਅਗਨੀ ਡਾਊਨ ਹੋ ਗਈ, ਜਾਂ ਜਠਰ-ਅਗਨੀ ਵੱਧ ਚੁੱਕੀ ਆ। ਉਹ ਤੋਂ ਬਾਅਦ ਫਿਰ ਉਹ ਸ਼ਿਕਾਇਤ ਹੁੰਦੀ ਆ ਵੀ ਸਾਡੀ ਗੈਸ ਆ ਜਿਹੜੀ ਉੱਪਰ ਨੂੰ ਚੜ੍ਹਦੀ ਆ। ਇਹ ਫਸਟ ਅਲਾਮਤਾਂ ਨੇ, ਲੋਕਾਂ ਨੂੰ ਇੱਕ ਇੰਡੀਕੇਟ ਨੇ ਵੀ ਸਾਡੇ ਪੇਟ 'ਚ ਕੋਈ ਨਾ ਕੋਈ ਦਿੱਕਤ ਹੋ ਰਹੀ ਹੈ। ਜੀ ਫਿਰ ਉਹਨੂੰ ਅਸੀਂ ਕੀ ਕਰਦੇ ਆ, ਕੁਝ ਡਾਈਟ ਦੱਸਦੇ ਆ ਵੀ ਤੁਸੀਂ ਕੁਝ ਦਿਨ ਇਹ ਚੀਜ਼ ਨੂੰ ਇਦਾਂ ਕਰੋ, ਫਿਰ ਇਹਦੇ 'ਚ ਸੁਧਾਰ ਆਊਗਾ। ਸੁਧਾਰ ਆਉਣ ਤੋਂ ਬਾਅਦ ਜੇ ਫਿਰ ਲੋੜ ਪੈਂਦੀ ਆ ਤਾਂ ਕੋਈ ਦਵਾਈਆਂ ਨੇ ਬਹੁਤ ਆਯੁਰਵੇਦ ਦੀਆਂ, ਉੱਦਾਂ ਸਿਸਟਮ ਚੱਲ ਪੈਂਦਾ ਜੀ। ਸੁਧਾਰ ਆਉਣ ਤੋਂ ਪਹਿਲਾਂ ਵਿਗਾੜ ਆਉਂਦਾ ਹੈ। ਵਿਗਾੜ ਸਾਡੇ ਖਾਣ ਪੀਣ ਨਾਲ ਆ ਰਿਹਾ, ਜਿਵੇਂ ਤੁਸੀਂ ਦੱਸ ਰਹੇ। ਬਿਲਕੁਲ ਜੀ। ਖਾਣਾ ਕੀ ਚਾਹੀਦਾ ਤੇ ਛੱਡਣਾ ਕੀ ਚਾਹੀਦਾ ਜੀ? ਖਾਣਾ, ਹਾਂਜੀ ਖਾਣਾ, ਜਿਵੇਂ ਅਸੀਂ ਜਿਹੜੇ ਸਥਾਨ ਤੇ ਰਹਿੰਦੇ ਆ, ਜਿਹੜੀਆਂ ਚੀਜ਼ਾਂ ਉੱਥੇ ਦੇ ਫਲ, ਉੱਥੇ ਦੀਆਂ ਸਬਜ਼ੀਆਂ, ਕਿਉਂਕਿ ਹੁਣ ਫੈਸ਼ਨ ਬਣ ਗਿਆ ਜੀ, ਖਾਣਾ ਪੀਣਾ ਵੀ ਇੱਕ ਫੈਸ਼ਨ ਬਣ ਗਿਆ। ਜੰਕ ਫੂਡ ਆ, ਜੰਕ ਫੂਡ ਜ਼ਿਆਦਾ ਚਾਈਨਾ ਦੀ ਦੇਣ ਆ ਸਾਨੂੰ। ਅਸੀਂ ਰਹਿ ਰਹੇ ਹਾਂ ਇੱਥੇ ਪੰਜਾਬ ਦੇ ਵਿੱਚ ਰਹਿ ਰਹੇ ਹਾਂ, ਸਪੋਜ਼ ਸਾਡਾ ਪੌਣ ਪਾਣੀ, ਸਾਡਾ ਪੰਜ ਭੌਤਿਕ ਸਰੀਰ ਆ ਇੱਥੇ ਦੀ ਆਬੋ ਹਵਾ ਦੇ ਨਾਲ ਨਿਰਮਿਤ ਹੋਇਆ, ਕਿਉਂਕਿ ਸਾਡੇ ਨੈਚੁਰਲੀ ਆ ਵੀ ਜੇ ਅਸੀਂ ਵੱਧ ਤੋਂ ਵੱਧ ਕੀ ਆ ਵੀ ਅਸੀਂ ਇੱਥੋਂ ਚੰਡੀਗੜ੍ਹ ਰਹਿ ਲਾਂਗੇ, ਮੋਹਾਲੀ ਰਹਿ ਲਾਂਗੇ, ਕਿਸੇ ਹੋਰ ਸਟੇਟ 'ਚ ਹੋਵਾਂਗੇ, ਭਾਰਤ ਦੇ ਅਕੋਰਡਿੰਗ ਸਾਡਾ ਚੱਲੂਗਾ ਸਰੀਰ। ਜੇ ਅਸੀਂ ਖਾਣਾ ਖਾਵਾਂਗੇ, ਚਾਈਨੀਜ਼ ਫੂਡ ਖਾਵਾਂਗੇ, ਜੰਕ ਫੂਡ ਖਾਵਾਂਗੇ, ਤਾਂ ਨੈਚੁਰਲੀ ਵੀ ਵਿਗਾੜ ਆਊਗਾ। ਸਭ ਤੋਂ ਪਹਿਲਾਂ ਤਾਂ ਸਾਨੂੰ ਸਥਾਨ ਨੂੰ ਜਿਹੜਾ ਪ੍ਰਮੁੱਖ ਰੱਖ ਕੇ, ਆਪਾਂ ਇਹ ਨਹੀਂ ਕਹਿ ਸਕਦੇ ਵੀ ਖਾਣਾ ਹੀ ਨਹੀਂ, ਵੀ ਜੰਕ ਫੂਡ ਬਿਲਕੁਲ ਨਹੀਂ ਖਾਣਾ, ਇਹ ਵੀ ਗਲਤ ਆ। ਉਹ ਬਿਲਕੁਲ ਅਤ ਨਿੰਦ ਦੇਣਾ ਚੀਜ਼ ਨੂੰ, ਜਾਂ ਉਹਦੀ ਅਤਿਸ਼ਯੋਕਤੀ ਕਰ ਦੇਣੀ ਵੀ ਇੱਕ ਪਦਾਰਥ ਆ, ਜਾਂ ਤਾਂ ਉਹਨੂੰ ਕਹਿ ਦੇਣਾ ਵੀ ਬਹੁਤ ਸਭ ਤੋਂ ਬਿਹਤਰ ਇਹੀ ਆ। ਜਿਵੇਂ ਹੁਣ ਦੁੱਧ ਅੰਮ੍ਰਿਤ ਮੰਨਿਆ ਜਾਂਦਾ ਜੀ, ਜੇ ਅਸੀਂ ਦੁੱਧ ਵੀ ਲੋੜ ਤੋਂ ਵੱਧ ਪੀ ਲਾਂਗੇ ਤਾਂ ਉਹ ਵੀ ਬਿਮਾਰ ਕਰੂਗਾ ਸਾਨੂੰ, ਹੈ ਨਾ। ਵੈਸੇ ਅੰਮ੍ਰਿਤ ਤਾਂ ਦੁੱਧ ਨੂੰ ਅੰਮ੍ਰਿਤ ਮੰਨਿਆ ਜਾਂਦਾ। ਜੇ ਅਸੀਂ ਦੁੱਧ ਨਹੀਂ ਪੀਵਾਂਗੇ ਤਾਂ ਵੀ ਡੈਫੀਸ਼ੀਐਂਸੀ ਆ ਜੂਗੀ ਬਹੁਤ ਚੀਜ਼ਾਂ ਦੀ। ਸਹੀ। ਇਸ ਕਰਕੇ ਖਾਣ ਪੀਣ ਦੇ ਵਿੱਚ ਜਿਹੜੀਆਂ ਸਾਡੇ ਨੇੜੇ ਤੇੜੇ ਦੀਆਂ ਚੀਜ਼ਾਂ ਨੇ, ਹਰੀਆਂ ਸਬਜ਼ੀਆਂ ਹੋ ਗਈਆਂ, ਖਾਣੇ ਦੇ ਵਿੱਚ ਅਸੀਂ ਪਲੇਟ ਨੂੰ ਬਦਲਣ ਦਾ ਸਿਸਟਮ ਅਸੀਂ ਦੱਸਦੇ ਹਾਂ ਲੋਕਾਂ ਨੂੰ ਜੀ, ਵੀ ਤੁਸੀਂ ਜਿਹੜੀ ਤੁਹਾਡੀ ਰੋਟੀ ਤੇ ਦਾਲ ਸਬਜ਼ੀ ਆ, ਜੇ ਤੁਹਾਨੂੰ ਤੁਸੀਂ ਬਚਣਾ ਇਸ ਤੋਂ, ਤਾਂ ਉਹਨੂੰ ਪਲੇਟ ਨੰਬਰ 2 ਮੰਨ ਲਓ, ਪਲੇਟ ਨੰਬਰ 1 ਕਰ ਲਓ ਫਰੂਟਸ ਨੂੰ। ਫਿਰ ਕਾਫੀ ਅਸੀਂ ਤੰਦਰੁਸਤ ਰਹਿੰਦੇ ਹਾਂ, ਕਾਫੀ ਸਾਨੂੰ ਬਚਾਓ ਰਹਿੰਦਾ ਇਹਨਾਂ ਚੀਜ਼ਾਂ। ਇਹ ਡਾਕਟਰ ਸਾਹਿਬ ਇੱਕ ਚੀਜ਼ ਹੁੰਦੀ ਹੈ ਕਿ ਫਰੂਟਸ ਆ ਜਿਹੜੇ ਵੀ ਬਹੁਤ ਸਾਰੇ ਆ, ਅਸੀਂ ਤਾਂ ਮਿਕਸ ਜੇ ਕਰ ਲੈਂਦੇ ਹਾਂ, ਜਿਵੇਂ ਮਿਕਸ ਫਰੂਟ ਜੂਸ ਵੀ ਪੀ ਲੈਂਦੇ ਹਾਂ। ਮੈਂ ਸੁਣਿਆ ਹੈ ਕਿ ਮਿਕਸ ਨਹੀਂ ਕਰਨੀ ਚਾਹੀਦੀ। ਬਿਲਕੁਲ ਨੈਚੁਰਲੀ ਆ ਫਰੂਟ ਆ ਜਿਹੜੀ ਚੀਜ਼ ਕੁਦਰਤ ਨੇ ਜਿੱਦਾਂ ਪੈਦਾ ਕਰਤੀ। ਪਹਿਲੀ ਗੱਲ ਤਾਂ ਆਮ ਕੀ ਹੁੰਦਾ ਵੀ ਅਸੀਂ ਚਾਟ ਬਣਾਉਂਦੇ ਆ, ਫਰੂਟ ਚਾਟ ਬਣਾਉਂਦੇ ਆ, ਉਹ 'ਚ ਅਸੀਂ 20 ਤਰ੍ਹਾਂ ਦੀ ਸੌਸ ਪਾ ਲੈਂਦੇ ਆ, ਉਹਦੇ 'ਚ ਨਮਕ ਪਾ ਲੈਂਦੇ ਆ, ਉਹਦੇ 'ਚ ਮਿਰਚ, ਉਹਨੂੰ ਅਸੀਂ ਨੈਚੁਰਲ ਨਹੀਂ ਰਹਿਣ ਦਿੰਦੇ। ਇਸ ਕਰਕੇ ਜਿੰਨਾ ਵੱਧ ਤੋਂ ਵੱਧ ਤਾਂ ਹੀ ਅਸੀਂ ਕੁਦਰਤੀ ਰਹਾਂਗੇ, ਜਿੰਨਾ ਅਸੀਂ ਕੁਦਰਤ ਦੇ ਨੇੜੇ ਹੋ ਕੇ ਉਹ ਚੀਜ਼ਾਂ ਨੂੰ ਅਡਾਪਟ ਕਰਾਂਗੇ, ਉਹਨਾਂ ਨੂੰ ਗ੍ਰਹਿਣ ਕਰਾਂਗੇ, ਖਾਵਾਂਗੇ। ਫਿਰ ਉਹਦੇ 'ਚ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜੀ ਚੀਜ਼ ਦੀ ਕਿਹੜੀ ਤਸੀਰ ਆ, ਦੂਜੀ ਚੀਜ਼ ਦੀ ਕਿਹੜੀ ਤਸੀਰ ਆ, ਉਹਨਾਂ ਨੂੰ ਅਸੀਂ ਮਿਕਸ ਕਰ ਲੈਂਦੇ ਆ। ਉਹ ਮਿਕਸ ਕਰਨ ਨਾਲ ਫਿਰ ਰੋਂਗ ਹੋ ਜਾਂਦਾ, ਕੰਮ ਗਲਤ ਹੋ ਜਾਂਦਾ। ਉਹਦੇ ਵਿੱਚ ਫਿਰ ਜਿਹੜਾ ਸਾਡਾ ਐਪੀਗੈਸਟ੍ਰੀਮ ਆ, ਜਿੱਥੇ ਜਾ ਕੇ ਜਠਰ-ਅਗਨੀ ਨੂੰ ਪਹੁੰਚਾਉਣਾ, ਉਹ ਡਿਸਟਰਬ ਹੋਣਾ ਸ਼ੁਰੂ ਹੋ ਜਾਂਦਾ। ਉਹਦੇ ਨਾਲ ਫਿਰ ਸਾਨੂੰ ਮਾਨਸਿਕ ਰੋਗ ਪੈਦਾ ਹੁੰਦੇ। ਮਸਲਨ ਅਸੀਂ ਜੇ ਗੱਲ ਕਰੀਏ ਕਿ ਹੁਣ ਸੇਬ ਹੈ, ਐਪਲ ਹੈ, ਜਾਂ ਆਪਣੀ ਕੇਲਾ ਹੈ, ਨਾਲ ਅਸੀਂ ਉਹਨੂੰ ਸਿਟਰਿਕ ਫੂਡ ਲੈ ਲਏ, ਉਹ ਇਕੱਠੇ ਉਹਨਾਂ 'ਚੋਂ ਕਿਹੜਾ ਖਾ ਸਕਦੇ, ਕਿਹੜਾ ਨਹੀਂ ਖਾ ਸਕਦੇ? ਜੀ ਹੁਣ ਸੇਬ ਆ, ਸੇਬ ਨਾਲ ਅਸੀਂ ਸੇਬ ਨਾਲ ਬਨਾਨਾ ਅਸੀਂ
ਖਾ ਸਕਦੇ ਆ। ਪਰ ਜੇ ਅਸੀਂ ਬਨਾਨਾ ਖਾਂਦੇ ਆ ਨਾਲ ਅਸੀਂ ਸਿਟਰਿਕ ਫੂਡ ਖਾਂਦੇ ਆ, ਕੋਈ ਸੰਤਰਾ ਹੋ ਗਿਆ ਜਾਂ ਉਹ ਰੋਂਗ ਆ, ਫਿਰ ਉਹ ਗਲਤ ਆ। ਫਿਰ ਕਿੰਨਾ ਕੁ ਗੈਪ ਹੋਵੇ ਵਿਚਾਲੇ ਜੀ? ਗੈਪ ਹੋਵੇ ਜਾਂ ਤੁਸੀਂ ਘੱਟ ਤੋਂ ਘੱਟ 1 ਘੰਟੇ ਦਾ ਗੈਪ ਇਹਨਾਂ ਦੇ ਵਿੱਚ ਚਾਹੀਦਾ ਆ। ਤੇ ਡਾਕਟਰ ਸਾਹਿਬ, ਫਿਰ ਬ੍ਰੇਕਫਾਸਟ ਤੋਂ ਲੈ ਕੇ ਆਪਾਂ ਡਿਨਰ ਤੱਕ ਦੀ ਗੱਲ ਕਰਦੇ ਹਾਂ ਕਿ ਖਾਣਾ ਪੀਣਾ ਕਿਹੋ ਜਿਹਾ ਹੋਵੇ, ਪੇਟ ਸਹੀ ਹੋ ਜਾਵੇ। ਜੀ 5-7 ਮਿੰਟਾਂ ਦੇ ਵਿੱਚ ਸਾਡੀ ਗੱਲ ਦਰਸ਼ਕਾਂ ਤੱਕ ਪਹੁੰਚ ਜੂਗੀ। ਜੀ ਜੀ ਜੀ। ਤੇ ਸਵੇਰ ਦੀ ਸ਼ੁਰੂਆਤ ਆ ਫਿਰ ਕਿਵੇਂ ਹੋਵੇ? ਜਿਹੜੀ ਸਵੇਰ ਦੀ ਸ਼ੁਰੂਆਤ ਆ ਉਹ ਸਾਡੀ ਬਹੁਤ ਹੈਲਦੀ ਭੋਜਨ ਤੋਂ ਹੋਣੀ ਚਾਹੀਦੀ ਆ, ਕਿਉਂਕਿ ਬ੍ਰੇਕਫਾਸਟ ਜਿਹੜਾ ਅਸੀਂ ਪੂਰੀ ਰਾਤ ਸੁੱਤੇ ਆ, ਸਵੇਰੇ ਅਸੀਂ ਕੰਮ ਤੇ ਜਾਣਾ, ਸਰੀਰ ਦੀ ਇੱਕ ਰਿਕੁਆਇਰਮੈਂਟ ਹੁੰਦੀ ਆ એનર્ਜੀ ਦੀ। ਆਮ ਲੋਕ ਕੀ ਕਰਦੇ ਨੇ ਵੀ 2 ਬਿਸਕੁਟ ਖਾਂਦੇ ਨੇ, ਚਾਹ ਪੀਂਦੇ ਨੇ, ਆਪਣਾ ਕੰਮ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਹੁੰਦਾ ਵੀ ਅਸੀਂ ਬ੍ਰੇਕਫਾਸਟ ਹਲੇ ਕਰਨਾ। ਸਹੀ। ਪਰ ਜਦੋਂ ਰਿਕੁਆਇਰਮੈਂਟ ਆ ਉਦੋਂ ਅਸੀਂ ਸਪਲਾਈ ਕਰਤੀ ਤਾਂ ਅਸੀਂ ਉਹਦੇ ਚੋਂ ਹੀ ਸਰੀਰ ਨੇ ਭਾਲਣਾ ਸ਼ੁਰੂ ਕਰ ਦੇਣਾ ਵੀ ਮੈਨੂੰ ਇਹਦੇ ਚੋਂ ਹੀ એનર્ਜੀ ਮਿਲ ਜਾਵੇ। ਜਿਹੜਾ ਸੈਕਿੰਡ ਹੋ ਗਿਆ ਉਹ ਬ੍ਰੇਕਫਾਸਟ ਫਿਰ ਸੈਕਿੰਡ ਹੋ ਗਿਆ। ਉਹ ਬ੍ਰੇਕਫਾਸਟ ਤਾਂ ਤੁਸੀਂ ਕਰ ਚੁੱਕੇ ਹੋ, ਚਾਹੇ ਤੁਸੀਂ 1 ਬਿਸਕੁਟ ਖਾ ਲਿਆ, ਤੁਹਾਡਾ ਬ੍ਰੇਕਫਾਸਟ ਆ ਜਿਹੜਾ ਨਾ ਉਹ ਬ੍ਰੇਕ ਹੋ ਗਿਆ। ਉਹਨੇ ਉਹਦੇ ਚੋਂ એનર્ਜੀ ਲੱਭਣੀ ਹੈ ਸਰੀਰ ਨੇ। ਉਹਦੇ ਚੋਂ ਕਿੰਨੀ ਕੁ ਅਡਾਪਟ ਕਰ ਪਾਉਂਦਾ ਉਹ ਫਿਰ ਸਰੀਰ ਦੇ ਉਹਦੇ ਤੇ ਸਮਰੱਥਾ ਤੇ, ਜਾਂ ਉਹ ਤੁਸੀਂ ਜਿਹੜਾ ਬਿਸਕੁਟ ਖਾਦਾ ਜਾਂ ਕੁਝ ਵੀ ਖਾਦਾ ਜਾਂ ਚਾਹ ਪੀਤੀ ਆ ਉਹਦੇ 'ਚ ਕਿੰਨੀ એનર્ਜੀ ਹੈ ਕੀ ਆ ਉਹਦੇ ਨਾਲ ਹੋ ਜਾਣਾ। ਜਦੋਂ ਤੁਸੀਂ ਫਿਰ ਬ੍ਰੇਕਫਾਸਟ ਵਧੀਆ ਵੀ ਕਰੋਗੇ ਤਾਂ ਉਹ 'ਚੋਂ એનર્ਜੀ ਸਰੀਰ ਨੇ ਨਹੀਂ ਲੈਣੀ, ਉਹ ਵੇਸਟ ਹੋ ਜਾਊਗਾ। ਓਕੇ। ਜਿਵੇਂ ਹੁਣ ਆਪਾਂ ਸਪੋਜ਼ ਵੀ ਤਿਉਹਾਰਾਂ ਦਾ ਫੈਸਟੀਵਲ ਦਾ ਸੀਜ਼ਨ, ਹੁਣ ਡਿਮਾਂਡਸ ਹੈਗੀ ਆ, ਲੋਕਾਂ ਨੇ ਗਿਫਟ ਦੇਣੇ ਨੇ, ਹੋਰ ਚੀਜ਼ਾਂ ਦੇਣੀਆਂ ਨੇ, ਹੈਨਾ। ਹੁਣ ਡਿਮਾਂਡ ਆ ਇਸ ਚੀਜ਼ ਦੀ। ਜੇ ਕੋਈ ਬੰਦਾ ਕਹੇ ਦੀਵਾਲੀ ਤੋਂ ਬਾਅਦ ਮੈਂ ਗਿਫਟ ਲਿਆ ਕੇ ਰੱਖ ਲੂੰਗਾ ਜਾਂ ਹੋਰ, ਉਹ ਫਿਰ ਸਟੋਰ 'ਚ ਲੱਗਣਗੇ ਨਾ। ਇਦਾਂ ਹੀ ਬ੍ਰੇਕਫਾਸਟ ਦਾ ਸਿਸਟਮ ਆ। ਜਦੋਂ ਅਸੀਂ ਬ੍ਰੇਕ ਕਰਨਾ, ਫਾਸਟ ਨੂੰ ਬ੍ਰੇਕ ਕਰਨਾ, ਤੋੜਨਾ, ਉਦੋਂ ਉਹਦੀ ਰਿਕੁਆਇਰਮੈਂਟ ਆ, ਉਦੋਂ ਉਹਨੂੰ ਵਧੀਆ ਦੇਤਾ ਤਾਂ ਠੀਕ ਆ। ਜਿਹੜਾ ਦੂਜਾ ਅਸੀਂ ਦੇ ਦੇਣਾ ਵੀ ਪਹਿਲਾਂ ਚਾਹ ਪੀ ਲਈ ਫਿਰ ਖਾਣਾ ਖਾ ਲਿਆ, ਉਹ ਸੈਕਿੰਡ ਫੂਡ ਆ ਜਾਊਗਾ, ਉਹ ਫਿਰ ਵੇਸਟ ਜਾਊਗਾ ਬੋਡੀ। ਅੱਛਾ, ਨਿਰਣੇ ਕਾਲ ਦੇ ਡਾਕਟਰ ਸਾਹਿਬ ਜਦੋਂ ਉੱਠਦੇ ਆ ਵੀ ਪਹਿਲਾਂ ਪਾਣੀ ਪੀ ਲਿਆ ਜੀ, ਬ੍ਰਸ਼ ਕਰ ਲਿਆ, ਉਦੋਂ ਬਾਅਦ ਚ ਹਨਾ ਜੀ, ਤੇ ਉਦੋਂ ਬਾਅਦ ਦੇ ਵਿੱਚ ਫਿਰ ਸਾਨੂੰ ਕੁਝ ਨਾ ਕੁਝ ਹੈਲਦੀ ਫੂਡ ਲੈਣਾ ਚਾਹੀਦਾ ਜਾਂ ਫਿਰ ਚਾਹ ਲੈ ਲਈਏ? ਨਹੀਂ, ਚਾਹ ਨਹੀਂ, ਸਵੇਰੇ ਚਾਹ ਨਹੀਂ, ਨਾ ਦੁੱਧ ਲੈਣਾ। ਸਵੇਰੇ ਅਸੀਂ ਜੂਸ ਪੀ ਸਕਦੇ ਹਾਂ, ਫਲਾਂ ਦਾ ਜੂਸ ਖਾਣੇ 'ਚ ਸ਼ਾਮਲ ਕਰ ਸਕਦੇ ਹਾਂ। ਤੇ ਵੱਧ ਤੋਂ ਵੱਧ ਹੈਵੀ ਫੂਡ ਦਹੀਂ ਉਹਦੇ 'ਚ ਸਾਨੂੰ ਸ਼ਾਮਲ ਕਰਨਾ ਚਾਹੀਦਾ। ਜੇ ਕਿਸੇ ਨੂੰ ਕਫ ਦਾ ਰੋਗ ਨਹੀਂ ਜਾਂ ਵਾਤ ਦਾ ਰੋਗ ਨਹੀਂ ਤਾਂ ਦਹੀਂ ਸ਼ਾਮਲ ਕਰਨਾ ਚਾਹੀਦਾ ਜੀ। ਉਹਦੇ 'ਚ ਫਲ ਸਾਨੂੰ ਸ਼ਾਮਲ ਕਰਨੇ ਚਾਹੀਦੇ ਨੇ। ਪੂਰਾ ਇੱਕ ਹੈਲਦੀ ਪਲੇਟ ਲੈ ਕੇ ਉਹਨੂੰ ਖਾਣਾ ਚਾਹੀਦਾ। ਉਹ ਤੋਂ ਬਾਅਦ ਫਿਰ ਜਿਹੜਾ ਸੈਕਿੰਡ ਆ ਸਾਡਾ ਲੰਚ, ਉਦੋਂ ਮਤਲਬ ਅਸੀਂ ਬ੍ਰੇਕਫਾਸਟ ਕਰ ਰਹੇ ਹਾਂ ਉਦੋਂ ਚਾਹ ਪੀ ਸਕਦੇ ਨਾਲ? ਨਹੀਂ, ਅੱਛਾ, ਖਾਣੇ ਨਾਲ ਚਾਹ ਨਹੀਂ। ਤੇ ਜਿਹੜਾ ਆਪਣਾ ਪੰਜਾਬੀਆਂ ਵਾਲਾ ਸੁਭਾਅ ਹੈ ਕਿ ਆਲੂ ਵਾਲਾ ਪਰੌਂਠਾ ਤੇ ਨਾਲ ਚਾਹ ਦਾ ਕੱਪ, ਉਹ ਫਿਰ ਸਾਡੇ ਵਾਸਤੇ ਉਹ ਅਸਲ 'ਚ ਸੁਭਾਅ 'ਚ ਆ ਗਿਆ। ਉਹ ਬਾਡੀ ਉਹਨੂੰ ਨਹੀਂ ਸਮਝਦੀ। ਬਾਡੀ ਲੈਂਗੁਏਜ ਇੱਕ ਬਿਲਕੁਲ ਅਲੱਗ ਚੀਜ਼ ਆ। ਉਹਨੇ ਤਾਂ ਉਹੀ ਚੀਜ਼ ਗ੍ਰਹਿਣ ਕਰਨੀ ਆ। ਤੁਸੀਂ ਦੇਖੋ ਜਿਹੜੇ ਆਮ ਲੋਕ ਨੇ ਚਾਹ ਪੀਂਦੇ ਨੇ, ਚਾਹ ਪੀਣ ਦੇ ਨਾਲ ਸਭ ਤੋਂ ਵੱਧ ਮਿਹਦੇ ਦੇ ਰੋਗ ਨੇ ਜਿਹੜੇ ਚਾਹ ਨਾਲ ਲੱਗਦੇ ਨੇ। ਸਹੀ ਹੈ। ਚਾਹ ਨੂੰ ਆਪਾਂ ਐਦਾਂ ਵੀ ਨਹੀਂ ਨਿੰਦ ਸਕਦੇ। ਚਾਹ ਜਦੋਂ ਤੁਸੀਂ ਸਪੋਜ਼ ਤੁਸੀਂ ਬ੍ਰੇਕਫਾਸਟ ਕਰ ਲਿਆ, ਜੇ ਤੁਹਾਨੂੰ ਚਾਹ ਦੀ ਰਿਕੁਆਇਰਮੈਂਟ ਆ ਜਾਂ ਸੁਸਤੀ ਪੈਂਦੀ ਆ ਆਮ, ਕਿਉਂਕਿ ਹੁਣ ਅਸੀਂ ਬਹੁਤ ਦੇਰ ਤੋਂ ਚਾਹ ਤੇ ਲੱਗੇ ਹੋਏ ਆ ਜੀ। ਤੁਸੀਂ 1 ਕੱਪ ਚਾਹ ਦਾ ਪੀ ਲਿਆ, ਉਹ ਤੋਂ ਬਾਅਦ ਤੁਸੀਂ 1 ਘੰਟਾ ਕੁਛ ਨਾ ਖਾਓ, ਫਿਰ ਉਹ ਅਮਲ ਪਿੱਤ ਨਹੀਂ ਬਣੂਗਾ। ਤੇ ਪਾਣੀ, ਉਹ ਤੋਂ ਬਾਅਦ ਪਾਣੀ ਪੀਓ ਜਾਂ ਚਾਹ ਤੋਂ ਪਹਿਲਾਂ ਥੋੜਾ ਪਾਣੀ ਪੀ ਲਓ। ਉਹ ਚੀਜ਼ਾਂ ਨੇ ਇਦਾਂ ਆ। ਡਾਕਟਰ ਸਾਹਿਬ, ਇੱਕ ਚੀਜ਼ ਹੋਰ ਹੈ ਕਿ ਗ੍ਰੀਨ ਟੀ ਆ ਗਿਆ ਹਨਾ, ਕਈ ਕਨਸੈਪਟ ਆ ਪਿਛਲੇ 5-7 ਸਾਲਾਂ ਤੋਂ ਧੱਕੇ ਨਾਲ ਹੀ ਆ ਗਏ, ਹਰੇਕ ਘਰੇ ਵੜ ਗਏ। ਇਹਨਾਂ ਚੋਂ ਇੱਕ ਜਿਹੜਾ ਸੁਣਨ ਚ ਆਇਆ ਕਿ ਸਵੇਰ ਵੇਲੇ ਗ੍ਰੀਨ ਟੀ ਵੀ ਮਾੜੀ ਹੈ। ਜੀ ਬਿਲਕੁਲ ਮਾੜੀ ਹੈ ਜੀ। ਅਸਲ 'ਚ ਕੀ ਆ, ਮੈਂ ਉਹੀ ਬੇਨਤੀ ਕੀਤੀ ਹੈ ਵੀ ਜਿਹੜਾ ਸਾਡਾ ਫਾਸਟ ਆ ਉਹਨੂੰ ਜਦੋਂ ਬ੍ਰੇਕ ਕਰਤਾ, ਜਦੋਂ ਵੀ ਉਹਨੂੰ ਤੋੜਤਾ, ਚਾਹੇ ਤੁਸੀਂ ਇੱਕ ਐਪਲ ਦੀ ਇੱਕ ਫਾੜੀ ਖਾ ਲਓ, ਜਿਹਨੂੰ ਆਪਾਂ ਕਹਿੰਦੇ ਆ ਕੱਟ ਕੇ ਛੋਟਾ ਜਿਹਾ ਐਪਲ ਖਾ ਲਓ, ਬਾਡੀ ਨੇ ਸਮਝਣਾ ਵੀ ਮੈਨੂੰ ਇਹਨੇ ਦੇਤਾ ਇਹ, ਬਸ ਉਹਦੇ 'ਚ ਉਹਨੇ ਗ੍ਰਹਿਣ ਕਰਨਾ ਜੋ ਵੀ ਕਰਨਾ। ਜੇ ਅਸੀਂ ਉਹਨੂੰ ਪ੍ਰੋਪਰ ਹੈਲਦੀ ਕਰ ਲਾਂਗੇ ਤਾਂ ਸਰੀਰ ਨੇ ਉਹ 'ਚੋਂ એનર્ਜੀ ਲੈਣੀ ਹੈ। ਸੈਕਿੰਡ ਨਹੀਂ ਹੋਣਾ ਚਾਹੀਦਾ ਉਹ ਫਸਟ ਏ ਫੂਡ ਆ ਜਿਹੜਾ ਉਹ ਪ੍ਰੋਪਰ ਹੋਣਾ ਚਾਹੀਦਾ। ਮੇਰਾ ਤਾਂ ਬ੍ਰੇਕਫਾਸਟ ਤੇ ਫਸਿਆ ਪਿਆ ਜੀ। ਤੇ ਇੱਕ ਇਹ ਹੈ ਕਿ ਹੁਣ ਆਪਾਂ ਪੰਜਾਬੀ ਆ, ਅੱਜ ਕੱਲ ਮੌਸਮ ਚੱਲ ਰਿਹਾ ਤਿਉਹਾਰਾਂ ਦਾ, ਉਹ ਬਿਸਕੁਟ ਤੇ ਖੋਆ ਵਾਧੂ ਚੱਲਦਾ। ਸਵੇਰ ਵੇਲੇ ਉੱਠਣ ਵੇਲੇ ਖੋਏ ਦੀਆਂ ਪਿੰਨੀਆਂ ਚੱਕੀ ਰੱਖਦੇ, ਉਹਨਾਂ ਦਾ ਵੀ ਨੁਕਸਾਨ ਹੈ? ਨਹੀਂ, ਖੋਏ ਦੀ ਪਿੰਨੀ ਦਾ ਕੋਈ ਨੁਕਸਾਨ ਨਹੀਂ। ਫਿਰ ਉਹਨੂੰ ਅਸੀਂ ਬ੍ਰੇਕਫਾਸਟ ਸਮਝ ਲੈਣਾ ਵੀ ਉਹ ਖਾ ਸਕਦੇ ਸਵੇਰੇ। ਅਸੀਂ ਪਿੰਨੀ ਖਾ ਲਈ, ਨਾਲ ਦੁੱਧ ਪੀ ਲਿਆ, ਚਾਹੇ ਤੁਸੀਂ ਚਾਹ ਪੀ ਲਈ ਨਾਲ ਉਹਦੇ, ਫਿਰ ਤੁਸੀਂ ਇਹ ਸਮਝ ਲੈਣਾ ਵੀ ਸਾਡਾ ਬ੍ਰੇਕਫਾਸਟ ਹੋ ਗਿਆ। ਹੁਣ ਅਸੀਂ ਘੱਟੋ ਘੱਟ 4 ਘੰਟੇ ਕੁਝ ਨਹੀਂ ਖਾਣਾ। ਓਕੇ, ਇਹ ਚੀਜ਼ ਆ ਜੀ। ਤੇ ਲੰਚ ਤੇ ਪਹੁੰਚਦੇ ਤਾਂ ਜੀ ਫਿਰ ਉਦੋਂ ਕੀ? ਅੱਛਾ, ਇੱਕ ਦਲੀਆ ਵਗੈਰਾ ਜਾਂ ਜਿਹੜੀਆਂ ਹੋਰ ਚੀਜ਼ਾਂ ਸਵੇਰ ਵੇਲੇ, ਉਹ ਕਿੰਨੇ ਫਿਰ ਦਲੀਆ ਉਹ ਜੇ ਬ੍ਰੇਕਫਾਸਟ ਸ਼ਾਮਲ ਕਰ ਲਓ, ਬਹੁਤ ਲਾਜ਼ਮੀ ਹੈ। ਲਾਜ਼ਮੀ ਕਹਿ ਦਾਂਗੇ ਆਪਾਂ, ਕਿਉਂਕਿ ਬਹੁਤ એનર્ਜੈਟਿਕ ਆ ਦਲੀਆ, ਬਹੁਤ એનર્ਜੈਟਿਕ ਆ। ਜੇ ਅਸੀਂ ਉਹਦੇ 'ਚ ਸ਼ਾਮਲ ਕਰ ਲਾਂਗੇ ਭੋਜਨ 'ਚ ਤਾਂ ਬਹੁਤ એનર્ਜੀ ਹੈ ਜਿਹੜੀ ਸਾਡੀ ਕੈਲਰੀਜ਼ ਨੇ ਉਹ ਪ੍ਰੋਪਰ ਸਾਨੂੰ ਮਿਲ ਜਾਣਗੀ। ਜੀ।
ਤੇ ਦੁਪਹਿਰ ਦੇ ਖਾਣੇ 'ਚ ਕੀ ਕੀ ਸ਼ਾਮਲ ਕੀਤਾ ਜਾਵੇ? ਦੁਪਹਿਰ ਦਾ ਖਾਣਾ ਅਸੀਂ ਸਵੇਰ ਨਾਲੋਂ ਅੱਧਾ ਕਰ ਲੈਣਾ, ਲਾਈਟ ਕਰ ਦੇਣਾ ਉਹਨੂੰ। ਉਹ 'ਚ ਫਰੂਟਸ ਦੀ ਲੋੜ ਨਹੀਂ, ਸੈਲਡ ਜ਼ਰੂਰੀ ਆ ਉਹਦੇ 'ਚ। ਸੈਲਡ ਕਾਫੀ ਜ਼ਰੂਰੀ ਆ, ਪਹਿਲਾਂ ਬੰਦਾ ਸੈਲਡ ਖਾਵੇ, ਫਿਰ ਜਿਹੜਾ ਪਲੇਟ ਨੰਬਰ 2 ਤੇ ਆ ਜਾਓ, ਜਿਹਦੇ 'ਚ ਚਪਾਤੀ ਹੋ ਗਈ, ਸਬਜ਼ੀ ਹੋ ਗਈ ਜਾਂ ਦਾਲ ਹੋ ਗਈ, ਉਹ ਲੈ ਲੈਣਾ ਅਸੀਂ। ਇਹ ਮਤਲਬ 4 ਘੰਟੇ ਦਾ ਗੈਪ ਘੱਟੋ ਘੱਟ ਹੋਵੇ ਬ੍ਰੇਕਫਾਸਟ? ਬਿਲਕੁਲ ਹੋਣਾ ਚਾਹੀਦਾ ਜੀ। ਅਕਸਰ ਕੀ ਹੁੰਦਾ ਕਿ ਅਸੀਂ ਸਵੇਰੇ 8 ਵਜੇ ਰੋਟੀ ਖਾ ਲੈਂਦੇ ਹਾਂ ਸਵੇਰ ਦੀ, ਉਦੋਂ ਬਾਅਦ ਫਿਰ 2-3 ਵਜੇ ਘੋਲ ਜੀ ਹੋ ਜਾਂਦੀ ਹੈ ਅੱਗੇ ਪਿੱਛੇ ਖਾਣ ਦਾ ਟਾਈਮ, ਉਹਦੀ ਟਾਈਮਿੰਗ ਫਿਕਸ ਹੋਣੀ ਚਾਹੀਦੀ ਹੈ ਜੀ ਜਾਂ ਨਹੀਂ? ਟਾਈਮਿੰਗ ਫਿਕਸ ਅਸਲ 'ਚ ਕੀ ਆ, ਜਦੋਂ ਸਾਨੂੰ ਭੁੱਖ ਲੱਗਦੀ ਆ, ਵੀ ਬਹੁਤ ਜ਼ੋਰ ਦੀ ਸਾਨੂੰ ਭੁੱਖ ਲੱਗੀ ਆ, ਉਹ ਟਾਈਮ ਆ ਖਾਣੇ ਦਾ। ਅਸਲ 'ਚ ਲੋਕ ਚੱਲਦੇ ਨੇ ਘੜੀ ਦੇ ਹਿਸਾਬ ਨਾਲ, ਵੀ ਅਸੀਂ ਸਵੇਰੇ 8 ਵਜੇ ਖਾ ਲਿਆ, ਇੰਨੇ ਵਜੇ ਆਫਿਸ ਚਲੇ ਗਏ, ਇੰਨੇ ਵਜੇ ਲੰਚ ਹੋ ਗਿਆ, ਹੁਣ ਖਾਣਾ ਹੀ ਆ। ਉਹ ਰੋਂਗ ਹੋ ਜਾਂਦਾ। ਉਹ ਰੋਂਗ ਕਿਉਂ ਹੁੰਦਾ? ਕਿਉਂਕਿ ਸਾਨੂੰ ਖਾਣ ਦਾ ਨਾ ਤਾਂ ਪਤਾ ਲੋਕਾਂ ਨੂੰ ਵੱਧ ਤੋਂ ਵੱਧ, ਤੇ ਦੂਜਾ ਸਾਨੂੰ ਸਿਸਟਮ ਨਹੀਂ ਹੈਗਾ। ਇੱਕ ਅਸੀਂ ਟਾਈਮ ਨਾਲ ਚੱਲਦੇ ਹਾਂ ਤੇ ਲਾਈਫ ਸਟਾਈਲ ਆ ਜਿਹੜਾ ਉਹ ਅਸੀਂ ਚੇਂਜ ਕਰ ਲਿਆ। ਰਾਤ ਨੂੰ ਲੇਟ ਖਾਣਾ ਆ, ਸਵੇਰੇ ਲੇਟ ਭੁੱਖ ਲੱਗਣੀ ਆ, ਪਰ ਅਸੀਂ ਜੇ 8 ਵਜੇ ਜਾਣਾ ਤਾਂ ਅਸੀਂ 8 ਵਜੇ ਖਾ ਲੈਣਾ, ਚਾਹੇ ਭੁੱਖ ਲੱਗੀ ਆ ਚਾਹੇ ਨਹੀਂ। ਆਮ ਲੋਕ ਕੀ ਕਰਦੇ ਨੇ, ਕਹਿੰਦੇ ਨੇ ਜੀ ਭੁੱਖ ਤਾਂ ਲੱਗਦੀ ਨਹੀਂ, ਬਸ ਟਾਈਮ ਜਿਹਾ ਦੇਖ ਕੇ ਖਾ ਲਈਦਾ। ਸਾਹਿਬ ਜੀ ਤੇ ਡਾਕਟਰ ਸਾਹਿਬ ਫਿਰ ਸਿਸਟਮ ਹੈ ਜਿਹੜਾ ਸੈੱਟ ਕਿਵੇਂ ਕਰੀਏ? ਸਿਸਟਮ ਸੈੱਟ ਤਾਂ ਜਦੋਂ ਤੁਸੀਂ ਸੋਚਣਾ ਸ਼ੁਰੂ ਕਰ ਦੋਗੇ ਵੀ ਆਪਾਂ ਨੇ ਇਸ ਸਿਸਟਮ ਨੂੰ ਸੈੱਟ ਕਰਨਾ ਹੈ, ਤੇ ਦਿਨ ਦੇ ਰਾਤ ਨਾਲ ਤੁਸੀਂ ਚੱਲਣਾ ਸ਼ੁਰੂ ਕਰ ਦੋਗੇ ਵੀ ਹੁਣ ਦਿਨ ਸ਼ੁਰੂ ਹੋ ਗਿਆ, ਸਾਡੀ ਦਿਨਚਰਿਆ ਜਿਹੜੀ ਉਹਦੇ 'ਚ ਆਹ ਚੀਜ਼ਾਂ ਚਾਹੀਦੀਆਂ ਨੇ, ਅਸੀਂ ਇਦਾਂ ਇਹਨੂੰ ਸ਼ੁਰੂ ਕਰ ਲਿਆ, ਤਾਂ ਫਿਰ ਉਹ ਸੈੱਟ ਹੋਣਾ ਸ਼ੁਰੂ ਹੋ ਜਾਂਦਾ। ਫਿਰ ਤੁਸੀਂ ਘੜੀ ਨਾਲ ਨਹੀਂ, ਫਿਰ ਸਰੀਰ ਦੀ ਡਿਮਾਂਡ ਨਾਲ ਚੱਲਣਾ ਸ਼ੁਰੂ ਹੋ ਜਾਂਦੇ ਹੋ। ਮੈਂ ਥੋੜਾ ਜਿਹਾ ਪਤਾ ਨਹੀਂ, ਅੱਗੇ ਤਾਂ ਤੁਸੀਂ ਸਹੀ ਕਰੋਗੇ, ਕਿ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਖਾਣਾ ਨਹੀਂ ਖਾਣਾ ਚਾਹੀਦਾ? ਹਾਂ ਬਿਲਕੁਲ। ਖਾਣਾ ਜਿਹੜਾ ਖਾਣ ਦਾ ਸਿਸਟਮ ਆ, ਉਹ ਕਿਉਂ ਕਿਹਾ ਜਾਂਦਾ ਵੀ ਸੂਰਜ ਛਿਪਣ ਤੋਂ ਬਾਅਦ ਨਹੀਂ ਖਾਣਾ ਚਾਹੀਦਾ? ਜਿਹੜੀ ਸਾਡੇ ਅੰਦਰ ਜਠਰ ਅਗਨੀ ਆ, ਉਹ ਇੱਕ ਅਗਨੀ ਵਾਂਗ ਆ, ਉਹ ਚੱਲਦੀ ਹੈ ਸੂਰਜ ਦੇ ਤਾਪ ਨਾਲ। ਕਿਉਂਕਿ ਤਾਂ ਹੀ ਰਾਤ ਨੂੰ ਜਿਹੜੇ ਕਫ ਦੇ ਰੋਗ ਨੇ ਉਹ ਲੋਕਾਂ ਨੂੰ ਵੱਧ ਜਾਂਦੇ ਨੇ, ਦਰਦ ਹੋਣ ਵਾਜੂ ਆ ਜਿਹੜੀ ਉਹ ਵੱਧ ਜਾਂਦੀ ਹੈ, ਕਿਉਂਕਿ ਸੂਰਜ ਚਲਾ ਜਾਂਦਾ। ਤੁਸੀਂ ਆਮ ਦੇਖੋਗੇ ਜਿਹੜੇ ਦਰਦਾਂ ਦੀ ਸ਼ਿਕਾਇਤ ਆ ਲੋਕਾਂ ਨੂੰ, ਉਹ ਰਾਤ ਨੂੰ ਵਧਣੀ ਸ਼ੁਰੂ ਹੁੰਦੀ ਹੈ ਜੀ। ਜਦੋਂ ਸੂਰਜ ਛਿਪ ਜਾਂਦਾ ਤਾਂ ਜਿਹੜੀ ਸਾਡੀ ਜਠਰ ਅਗਨੀ ਆ ਉਹ ਵੀ ਲੋ ਹੋਣੀ ਸ਼ੁਰੂ ਹੋ ਜਾਂਦੀ ਆ। ਚੱਲਦੀ ਆ, ਉਹ ਸੂਰਜ ਛਿਪਣ ਤੋਂ 3 ਘੰਟੇ ਬਾਅਦ ਤੱਕ ਚੱਲਦੀ ਰਹਿੰਦੀ ਆ, ਉਹ ਤੋਂ ਬਾਅਦ ਬਿਲਕੁਲ ਲਾਈਟ ਹੋ ਜਾਂਦੀ ਆ। ਇਸ ਕਰਕੇ ਇਹ ਕਿਹਾ ਜਾਂਦਾ ਵੀ ਜਠਰ ਅਗਨੀ ਆ ਜਿਹੜੀ ਸਾਡੀ ਉਹ ਲੋ ਹੋ ਜਾਂਦੀ ਆ, ਤੀਬਰ ਅਵਸਥਾ ਦੇ ਵਿੱਚ ਨਹੀਂ ਰਹਿੰਦੀ, ਤਾਂ ਸਾਨੂੰ ਜਿਹੜਾ ਰਾਤ ਦਾ ਭੋਜਨ ਆ ਉਹ ਸੂਰਜ ਖੜੇ ਖੜੇ ਖਾ ਲੈਣਾ ਚਾਹੀਦਾ। ਡਾਕਟਰ ਸਾਹਿਬ ਉਹਦੇ 'ਚ ਸ਼ਾਮਲ ਕੀ ਕੀਤਾ ਜਾਵੇ? ਦੇਖੋ, ਰਾਤ ਨੂੰ ਤਾਂ ਜੇ ਅਸੀਂ ਤੰਦਰੁਸਤ ਰਹਿਣਾ ਤਾਂ ਅਸੀਂ ਇੱਕ ਜਿਵੇਂ ਕੋਈ ਜਿਹੜਾ ਲੇਬਰ ਕਰਨ ਵਾਲਾ ਬੰਦਾ, ਜਾਂ ਆਪਾਂ ਕਹਿ ਦਈਏ, ਚਲੋ ਆਪਾਂ ਇਹ ਨਹੀਂ ਕਹਿ ਸਕਦੇ ਇੱਥੇ ਵੀ ਲੇਬਰ ਕਰਨ ਵਾਲਾ ਖਾਣਾ ਨਹੀਂ ਖਾਂਦਾ ਜਾਂ ਹੋਰ, ਤੁਸੀਂ ਹੱਥ ਤੇ ਰੱਖ ਕੇ ਉਕੜੂ ਬੈਠ ਕੇ, ਪੈਰਾਂ ਭਾਰ ਬੈਠ ਕੇ, ਉਹਦੇ ਤੇ ਅਚਾਰ ਰੱਖ ਕੇ ਉਹ ਰੋਟੀ ਖਾਣੀ ਸ਼ੁਰੂ ਕਰ ਦਿਓ, ਤੰਦਰੁਸਤੀ ਤੁਹਾਡੀ ਡਬਲ ਹੋਣੀ ਸ਼ੁਰੂ ਹੋ ਜੂਗੀ। ਇਸ ਡਾਕਟਰ ਸਾਹਿਬ ਇੱਕ ਗੱਲ ਤਾਂ ਹੈਗੀ ਹੈ, ਚਾਹੇ ਲੰਗਰ 'ਚ ਛਕੀਏ ਪੈਰਾਂ ਭਾਰ ਬੈਠ ਕੇ, ਤੇ ਜਾਂ ਕਿਤੇ ਹੋਰ ਸਵਾਦ ਵੀ ਆਉਂਦਾ। ਬਿਲਕੁਲ, ਉਹ ਨੇਚਰਲੀ ਹੈ ਜੀ, ਕੁਦਰਤ। ਤੇ ਜੇ ਹੱਥ ਤੇ ਰੱਖੀ ਹੋਵੇ, ਉੱਤੇ ਚਟਨੀ ਪਾਈ ਹੋਵੇ, ਤੇ ਹੁਣ ਮੈਨੂੰ ਇਹ ਦੱਸੋ ਕਿ ਚਿਬੜਦੀ ਚਟਨੀ ਫਾਇਦੇਮੰਦ ਆ ਜਾਂ ਅਦਰਕ ਦੀ? ਚਟਨੀ ਕੋਈ ਵੀ ਆ, ਮੌਸਮ ਦੇ ਅਨੁਸਾਰ ਜਿਹੜੀਆਂ ਚਟਨੀਆਂ ਨੇ ਸਾਡੀਆਂ, ਕਿਉਂਕਿ ਕਲਚਰ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਹੁਣ ਅਸੀਂ ਕੀ ਹੁੰਦਾ, ਜੇ ਕੋਈ ਰਿਲੇਟਿਵ ਆ ਗਿਆ, ਤੁਸੀਂ ਇੱਕ ਗੱਲ ਨੋਟ ਕਰੋ, ਜਿਹੜੇ ਲੋਕ ਰੋਜ਼ ਹੇਠਾਂ ਬੈਠ ਕੇ ਰੋਟੀ ਖਾਂਦੇ ਹੋਣਗੇ, ਸਪੋਜ਼ ਮੈਂ ਇਕੱਲਾ, ਤਾਂ ਮੈਂ ਹੇਠਾਂ ਬੈਠ ਕੇ ਰੋਟੀ ਖਾ ਲੂੰਗਾ। ਜਦੋਂ 4 ਰਿਸ਼ਤੇਦਾਰ ਆ ਗਏ ਤਾਂ ਅਸੀਂ ਕਹਾਂਗੇ ਵੀ ਡਾਈਨਿੰਗ ਟੇਬਲ ਤੇ ਲਾਓ ਰੋਟੀ ਖਾਂਦੇ ਆ। ਅਸੀਂ ਉਹਨੂੰ ਦੱਸਣਾ ਵੀ ਪਸੰਦ ਨਹੀਂ ਕਰਾਂਗੇ। ਕਿਉਂਕਿ ਅਸੀਂ ਫੈਸ਼ਨ 'ਚ ਫਸ ਗਏ ਹਾਂ। ਅੱਛਾ, ਡਾਈਨਿੰਗ ਟੇਬਲ ਦਾ ਵੀ ਨੁਕਸਾਨ ਹੈ ਕੋਈ? ਬਿਲਕੁਲ, ਜਦੋਂ ਅਸੀਂ ਇਦਾਂ ਬੈਠ ਜਾਂਦੇ ਹਾਂ ਨਾ, ਜਿਹੜੀ ਜਠਰ ਅਗਨੀ ਆ, ਜਦੋਂ ਅਸੀਂ ਚੌਂਕੜੀ ਮਾਰ ਕੇ ਬੈਠਦੇ ਹਾਂ, ਅਗਨੀ ਤੁਸੀਂ ਦੇਖੋਗੇ ਇਦਾਂ ਤ੍ਰਿਕੋਣ ਬਣਦੀ ਆ। ਜਦੋਂ ਅਗਨੀ ਬਲਦੀ ਆ ਨਾ, ਇਦਾਂ ਬਣੂਗੀ। ਆਪਾਂ ਲੋਹੜੀ ਨੂੰ ਵੀ ਦੇਖਦੇ ਹਾਂ, ਜਾਂ ਹੋਰ ਵੀ, ਜਾਂ ਚੁੱਲ੍ਹੇ 'ਚ ਵੀ ਦੇਖਦੇ ਹਾਂ, ਤਾਂ ਇਦਾਂ ਲਾਟ ਹੇਠੋਂ ਇਦਾਂ ਚੱਲਦੀ ਆ। ਜਦੋਂ ਅਸੀਂ ਚੌਂਕੜੀ ਮਾਰ ਕੇ ਬੈਠ ਜਾਂਦੇ ਹਾਂ ਤਾਂ ਆਹ ਸਿਸਟਮ ਬਣ ਜਾਂਦਾ ਸਾਡੇ ਪੇਟ ਦਾ। ਜਠਰ ਅਗਨੀ ਪ੍ਰਜਵਲਿਤ ਹੋ ਜਾਂਦੀ ਆ, ਤੇ ਜਿਹੜੀਆਂ ਸਾਡੀਆਂ ਲੱਤਾਂ ਨੇ, ਇੱਥੋਂ ਅਗਨੀ ਉੱਪਰ ਨੂੰ ਆਉਂਦੀ ਆ, ਉਹ ਇੱਥੇ ਆ ਜਾਂਦੀ ਆ ਸਾਡੇ ਐਪੀਗੈਸਟ੍ਰੀਮ 'ਚ, ਜਿਹਨੂੰ ਜਠਰ ਕਿਹਾ ਜਾਂਦਾ। ਉਹ ਫਿਰ ਜਦੋਂ ਵੀ ਅਸੀਂ ਖਾਂਦੇ ਆ, ਵੈਸੇ ਜਿਹੜਾ ਪਚਣ ਦਾ ਸਿਸਟਮ ਆ ਉਹ ਸਾਡੀ ਪਹਿਲੀ ਲਾਰ ਤੋਂ ਸ਼ੁਰੂ ਹੋ ਜਾਂਦਾ। ਜਿਹੜਾ ਸਲਾਈਵਾ ਬਣਦਾ ਨਾ, ਤੁਸੀਂ ਦੇਖਿਆ ਹੋਣਾ, ਭੋਜਨ ਪਲੇਟ 'ਚ ਆ ਗਿਆ ਤਾਂ ਕਈ ਆਪਾਂ ਕਹਿੰਦੇ ਵੀ ਮੂੰਹ 'ਚ ਪਾਣੀ ਆ ਗਿਆ, ਯਾਰ ਇੰਨੀ ਸਵਾਦ ਚੀਜ਼, ਇਮਲੀ ਵਗੈਰਾ ਦਾ ਜ਼ਿਕਰ ਕਰ ਲਿਆ, ਮੂੰਹ ਜਾ ਕੇ ਗਿੱਲਾ ਹੋ ਜਾਂਦਾ ਜੀ। ਉਹ ਉਹੀ ਆ, ਉਹ ਜਠਰ ਅਗਨੀ ਦਾ ਇੱਕ ਸਿਸਟਮ ਆ। ਇਹ ਬਹੁਤ ਸਾਇੰਟੀਫਿਕਲੀ ਆ ਸਾਡਾ। 1 ਲੱਖ ਤੋਂ ਪਲੱਸ ਗਲੈਂਡਸ ਨੇ ਜਿਹੜੇ ਸਾਡੀ ਜੀਭ ਦੇ ਆਲੇ ਦੁਆਲੇ। ਹੁਣ ਆਮ ਲੋਕ ਕੀ ਕਰਦੇ ਨੇ, ਫੈਸ਼ਨ ਦੇ ਥਰੂ, ਇਹ ਵੀ ਸਵੇਰੇ ਨਾ ਜੀਭ ਵਾਲੀ ਜਿਹੜਾ ਟੰਗ ਕਲੀਨਰ ਆ ਉਹ ਬਹੁਤ ਜ਼ੋਰ ਦੀ ਫੇਰ, ਉਹਦਾ ਇੰਨਾ ਨੁਕਸਾਨ ਆ ਵੀ ਮਿਹਦੇ ਦੇ ਜਿੰਨੇ ਰੋਗ ਲੱਗਦੇ ਨੇ ਉਹ ਤੋਂ ਸ਼ੁਰੂ ਹੁੰਦੇ ਨੇ। ਟੰਗ ਕਲੀਨਰ ਨਹੀਂ ਫੇਰਨਾ ਚਾਹੀਦਾ।
ਡਾਕਟਰ ਸਾਹਿਬ ਕਦੇ ਕਦੇ ਮੈਂ ਪਹਿਲਾਂ ਦੇਖਦਾ ਹੁੰਦਾ ਸੀ, ਹੁਣ ਤਾਂ ਨਹੀਂ ਹੈ, ਅਸੀਂ ਦਾਤਨ ਕਰਦੇ, ਦਾਤਨ ਕਰ ਲਈ ਉਹਨੂੰ ਪਾੜ ਕੇ ਉਹਦੀ ਵੀ ਬਣਾ ਲੈਂਦੇ ਸੀ ਉਹ ਜੀਬੀ ਜੀ, ਉਹ ਫਾਇਦੇਮੰਦ ਸੀ ਜਾਂ ਨਹੀਂ? ਫਾਇਦੇ ਅਸਲ 'ਚ ਕੀ ਹੈ, ਜੇ ਤੁਸੀਂ ਨਿੰਮ ਦੀ ਦਾਤਣ ਕਰੋਗੇ, ਕਰਦੇ ਜਾਓਗੇ ਤਾਂ ਤੁਹਾਨੂੰ 10-20 ਦਿਨ ਬਾਅਦ ਉਹਦੀ ਲੋੜ ਹੀ ਨਹੀਂ ਪੈਣੀ। ਆਪਣੇ ਆਪ ਮੂੰਹ ਸਾਫ਼ ਰਹਿਣ ਲੱਗ ਜੂਗਾ, ਉਹਦੇ 'ਚ ਕੋਈ ਦੁਰਗੰਧ ਨਹੀਂ ਆਊਗੀ। ਉਹ ਸਾਰੀਆਂ ਚੀਜ਼ਾਂ, ਕਿਉਂਕਿ ਅਸੀਂ ਕੁਦਰਤ ਨਾਲ ਜੁੜਨਾ ਨਹੀਂ ਚਾਹੁੰਦੇ। ਮੈਂ ਦਾਤਨਾਂ ਵੱਲ ਨੂੰ ਜਾ ਵੜਿਆ ਹਨਾ, ਕੁਦਰਤ ਦੇ ਵਾਹਵਾ ਨੇੜੇ ਹੋ ਗਏ। ਮੈਂ ਪੜਿਆ ਸੀਗਾ ਜੀ ਕਿ ਹਫਤੇ ਦੇ ਵਿੱਚ ਬਦਲਵੇਂ ਤਰੀਕੇ ਦੀ ਦਾਤਨ ਕਰੇ, ਕਿਤੇ ਕੌੜ ਤੁੰਮੇ ਦੀ ਜੜ ਕੱਢ ਲਓ, ਕਿਤੇ ਪੁੱਠ ਕੰਡੇ ਦੀ ਕੱਢ ਲਓ, ਤੇ ਕਦੇ ਨਿੰਮ ਕਿੱਕਰ ਟਾਲੀ, ਸਾਰਾ ਕੁਝ। ਅੱਜ ਕੱਲ ਬੇਸ਼ੱਕ ਹੁਣ ਟੁੱਥਪੇਸਟ ਵਗੈਰਾ ਬਣ ਕੇ ਆ ਗਏ ਨੇ ਬਥੇਰੀਆਂ ਕੰਪਨੀਆਂ, ਮਤਲਬ ਚਾਹੁੰਦਾ ਤੁਸੀਂ ਵੀ ਇਹੋ ਜਿਹਾ ਕੁਝ ਲੈ ਕੇ ਆਓ ਜਿਹੜਾ ਸਿਹਤਮੰਦ ਹੋਵੇ। ਤੇ ਇਹ ਦਾਤਨਾਂ ਵਾਲੇ ਪਾਸੇ ਨੂੰ ਕਦੇ ਅਸੀਂ ਫੇਰ ਤੁਰ ਪਾਂਗੇ ਜਾਂ ਮੁੜ ਪਾਂਗੇ? ਲੋਕ ਜਾ ਰਹੇ ਨੇ, ਜਿੰਨੀ ਸਾਨੂੰ ਸਮਝ ਆਈ ਜਾਂਦੀ ਆ, ਉਹ ਲੋਕ ਉਹਨਾਂ ਨੇ ਛੱਡਿਆ ਹੀ ਨਹੀਂ ਅਸਲ ਦੇ ਵਿੱਚ। ਜਦੋਂ ਸਾਨੂੰ ਨਾ ਫੈਸ਼ਨ ਹੁੰਦਾ, ਹੁਣ ਤੁਸੀਂ ਇੱਕ ਸੋਚ ਕੇ ਦੇਖੋ, ਮੈਂ ਰੋਜ਼ ਦਾਤਣ ਕਰਦਾ, ਮੈਨੂੰ ਕਿੱਕਰ ਵੀ ਲੱਭ ਜਾਂਦੀ ਹੈ। ਜੇ ਇੱਥੇ ਮੈਂ ਕਿਸੇ ਨੂੰ ਦੱਸਦਾ, ਉਹ ਕਹਿੰਦਾ ਜੀ ਹੁਣ ਕਿਹੜੀਆਂ ਕਿੱਕਰਾਂ ਨੇ। ਪਰ ਹੁਣ ਤਾਂ ਐਮਾਜ਼ੋਨ ਤੇ ਵੀ ਮਿਲ ਰਹੀਆਂ ਜੀ $5 ਦੀ ਦਾਤਣ ਹਨਾ, ਨਿੰਮ ਦੀ। ਉੱਥੋਂ ਲੋਕ ਮੰਗਾ ਲੈਣਗੇ। ਆਪ ਜਾ ਕੇ ਇੱਕ ਤਾਂ ਸੈਰ ਹੋਊਗੀ ਜੇ ਤੁਸੀਂ ਦਾਤਣ ਤੋੜਨ ਜਾਓਗੇ, ਇੱਕ ਤੁਹਾਨੂੰ ਕੁਦਰਤ ਨਾਲ ਜੁੜਨ ਦਾ ਮੌਕਾ ਮਿਲੂਗਾ। ਜੇ ਤੁਸੀਂ ਥੋੜਾ ਬਹੁਤਾ ਸੁਚੇਤ ਹੋਵੋਗੇ ਤਾਂ ਤੁਹਾਨੂੰ ਲੱਗੂਗਾ ਵੀ ਮੈਂ ਯਾਰ ਕਿੱਕਰ ਲਾ ਦਾਂ ਇੱਕ ਅੱਧੀ, ਕਿਤੇ ਨਿੰਮ ਲਾ ਦਾਂ, ਕਿਤੇ ਟਾਹਲੀ ਲਾ ਦਾਂ, ਕਿਉਂਕਿ ਅਸੀਂ ਕੁਦਰਤ ਤੋਂ ਲੈਣਾ ਜਾਣਦੇ ਆ, ਦੇਣਾ ਨਹੀਂ ਜਾਣਦੇ। ਆਉਂਦੀ ਕੁੜੀਏ ਜਾਂਦੀ ਕੁੜੀਏ, ਪਤਾ ਨਹੀਂ ਕੀ ਦਾਤਨ ਕਰ ਲੈ ਕਿੱਕਰਾਂ ਦੀ ਜਾਂ ਸਭ ਕਹਾਣੀਆਂ ਤੇ ਬੋਲਾਂ ਦੇ ਵਿੱਚ, ਸਾਡੇ ਗੀਤਾਂ ਦੇ ਵਿੱਚ ਸਾਰਾ ਕੁਝ ਪਿਆ। ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਐਕਸਪਲੇਨ ਕਰਨ ਵਾਲੇ ਲੋਕ ਉਹ ਤੁਹਾਡੇ ਵਰਗੇ ਨਹੀਂ ਜੀ। ਚਾਹੀਦਾ ਇਹ ਹੈ ਕਿ ਇਹ ਗੱਲਾਂ, ਸਾਡਾ ਵਿਰਸਾ ਨਾ ਜਿਹੜਾ ਬਹੁਤ ਅਮੀਰ ਸੀਗਾ ਜੀ, ਅਸੀਂ ਫੈਸ਼ਨ 'ਚ ਫਸ ਗਏ। ਮੈਨੂੰ ਬੜਾ ਦੁੱਖ ਹੁੰਦਾ ਵੀ ਅਸੀਂ ਜੇ ਕੋਈ ਹਸਪੀਟਲ ਵੀ ਲੱਭਣਾ, ਜੇ ਸਪੋਜ਼ ਕਿਸੇ ਦਾ ਪੇਟ ਦਰਦ ਹੋ ਰਿਹਾ, ਜੇ ਉਹ 2 ਦਿਨ ਹੋ ਰਿਹਾ, ਸਪੋਜ਼ ਉਹ ਜਵੈਣ ਉਬਾਲ ਕੇ ਪੀ ਰਿਹਾ, ਕੋਈ ਰਿਸ਼ਤੇਦਾਰ ਆ ਗਿਆ, ਉਹਨੇ ਪਤਾ ਕੀ ਕਹਿਣਾ ਵੀ ਆਹ ਕੀ ਕਰਦੇ ਹੋ ਯਾਰ, ਹਾਂ ਸਹੀ ਹੈ, ਚੰਗੇ ਡਾਕਟਰ ਨੂੰ ਦਿਖਾਓ। ਸਾਡਾ ਚੰਗੇ ਡਾਕਟਰ ਤੋਂ ਭਾਵ ਵੱਡੀ ਬਿਲਡਿੰਗ ਤੋਂ ਰਹਿ ਗਿਆ, ਨਾ ਕਿ ਆਰਾਮ ਦੇਣ ਤੋਂ, ਜਾਂ ਵੀ ਜਿੱਥੇ ਬਹੁਤ ਮਹਿੰਗੇ ਟੈਸਟ ਹੋਣ, ਜਾਂ ਉੱਥੇ 500-700 ਰੁਪਇਆ ਫੀਸ ਲਈ ਜਾਵੇ। ਤਾਂ ਅਸੀਂ ਇਹ ਨਹੀਂ ਸੋਚਦੇ ਵੀ 1 ਰੁਪਏ ਦੀ ਅਜਵਾਇਣ ਨੇ ਤੁਹਾਡਾ ਪੇਟ ਦਰਦ ਠੀਕ ਵੀ ਕਰ ਦੇਣਾ, ਨਾਲ ਕੋਈ ਸਾਈਡ ਇਫੈਕਟ ਨਹੀਂ ਦੇਣਾ। ਉਹ ਚੀਜ਼ ਤੋਂ ਅਸੀਂ ਪਰੇ ਹੋ ਗਏ, ਫੈਸ਼ਨ ਦੇ ਚੱਲਦੇ ਹਾਂ। ਬਿਲਕੁਲ। ਖਾਣਾ ਅਸੀਂ ਹੁਣ ਵਿਆਹਾਂ ਦੇ ਵਿੱਚ ਦੇਖ ਲਓ, ਫੈਸ਼ਨ ਦੇ ਥਰੂ ਹੀ ਲੋਕ ਇੰਨਾ ਕੁਝ ਖਾਂਦੇ ਨੇ ਨਾ। ਤੁਹਾਨੂੰ ਵਿਆਹ ਦੇ ਵਿੱਚ ਬੁਲਾਇਆ ਜਾਂਦਾ, ਬੜੇ ਸਤਿਕਾਰ ਨਾਲ ਬੁਲਾਇਆ ਜਾਂਦਾ, ਤੁਹਾਨੂੰ ਕਹਿ ਕੇ ਆਇਆ ਜਾਂਦਾ ਵੀ ਸਣੇ ਪਰਿਵਾਰ ਆਇਓ ਜੀ। ਪਰ ਮੈਂ ਕਹਿਣਾ ਹੁੰਦਾ ਵੀ ਤੁਸੀਂ ਸਣੇ ਪਰਿਵਾਰ ਬੁਲਾਉਂਦੇ ਹੋ ਵੀ ਸਾਰਿਆਂ ਨੂੰ ਬਿਮਾਰ ਕਰ ਦਈਏ। ਸਹੀ ਹੈ। ਮੈਂ ਵੀ ਆ ਦੀਵਾਲੀ ਦੇ ਹੁਣ ਦਿਨ ਚੱਲ ਰਹੇ ਤੇ ਅਕਸਰ ਕਹਿਣਾ ਹੁੰਦਾ, ਕੱਲ ਵੀ ਮੈਂ ਦੱਸਦਾ ਸੀਗਾ 5-5000 ਰੁਪਇਆ ਪਟਾਕਿਆਂ ਵਾਸਤੇ ਰੱਖ ਲਓ, 500 ਰੁਪਇਆ ਨਾਲ ਦਵਾਈ ਵਾਸਤੇ ਰੱਖ ਲਓ, ਕਿਉਂਕਿ ਅਸੀਂ ਪੋਲਿਊਸ਼ਨ ਵੀ ਕਰਨਾ, ਅਸੀਂ ਮਠਿਆਈਆਂ ਵੀ ਖਾਣੀਆਂ। ਦਵਾਈ ਜੇ ਹੁਣ ਤੁਸੀਂ 5000 ਦੇ ਪਟਾਕੇ ਚਲਾਉਣੇ ਨੇ ਤਾਂ 500 ਦੀ ਦਵਾਈ ਨਾਲ ਨਹੀਂ ਸਰਨਾ। ਆਹ ਤਾਂ ਗੱਲ ਸਹੀ। 50000 ਦੀ ਦਵਾਈ ਚਾਹੀਦੀ ਆ। ਉਹ 5000 ਦੇ ਪਟਾਕੇ 55000 ਚ ਪੈਣੇ ਨੇ, ਤਾਂ ਵੀ ਜੇ ਆਰਾਮ ਆ ਜਾਵੇ ਤਾਂ ਆਪਾਂ ਸ਼ੁਕਰ ਕਰਾਂਗੇ ਪ੍ਰਮਾਤਮਾ ਦਾ। ਇਹ ਇੱਕ ਪੋਲਿਊਸ਼ਨ ਹੋ ਗਿਆ, ਇੱਕ ਜਿਹੜਾ ਇਹ ਖਾਣ ਪੀਣ ਵਾਲੇ ਪਾਸੇ ਨੂੰ ਅਸੀਂ ਤੁਰ ਪਏ। ਵਿਆਹਾਂ ਦੀ ਗੱਲ ਤੁਰੀ ਆ ਤਾਂ ਡਾਕਟਰ ਸਾਹਿਬ ਇਹ ਵੀ ਬਿਨਾਂ ਸ਼ੱਕ ਤੁਸੀਂ ਇਹਦੇ ਨਾਲ ਬੜੇ ਵਧੀਆ ਵਿਸਥਾਰ ਦੇ ਨਾਲ ਦੱਸ ਸਕਦੇ ਹੋ ਕਿ ਜਦੋਂ ਅਸੀਂ ਜਾਂਦੇ ਹਾਂ, ਹੁਣ ਘਰੋਂ ਤਾਂ ਬਹੁਤ ਵਾਰੀ ਖਾ ਕੇ ਜਾਣਾ ਪੈਂਦਾ ਕਿ ਮੰਨ ਲਓ 11 ਵਜੇ 12 ਵਜੇ ਅਸੀਂ ਉੱਥੇ ਪਹੁੰਚਣਾ, ਬ੍ਰੇਕਫਾਸਟ ਕਰ ਲਿਆ, ਉੱਥੇ ਜਾ ਕੇ ਫਿਰ ਮੱਛੀ ਦੇ ਪਕੌੜੇ ਦੇਖਦੇ ਆ ਜ਼ਿਆਦਾਤਰ ਬੰਦੇ ਜਾਂ ਹੋਰ ਹੈ ਨਾ, ਉੱਥੋਂ ਫਿਰ ਪਲੇਟ ਦੇ ਵਿੱਚ ਜੇ ਮਿਲੀ ਜਾਂਦਾ ਸਾਰਾ ਕੁਝ ਪਾਈ ਜਾਂਦੇ। ਜਿਹੜੀ ਗੱਲ ਤੁਸੀਂ ਪਹਿਲਾਂ ਦੱਸੀ ਕਿ ਕੁਛ ਕੁ ਚੀਜ਼ਾਂ ਮਿਕਸ ਕਰਕੇ ਖਾਧੀਆਂ ਨਹੀਂ ਜਾ ਸਕਦੀਆਂ। ਦੇਖੋ ਸ਼ਾਇਦ ਹੁਣ ਪਤਾ ਹੋਊਗਾ ਸਰੋਤਿਆਂ ਨੂੰ ਜਾਂ ਨਹੀਂ, ਇੱਕ ਵੰਡ ਵਾਲਾ ਭਾਂਡਾ ਹੁੰਦਾ ਸੀ ਪਹਿਲਾਂ ਆਮ ਲੰਗਰਾਂ ਦੇ ਨੇੜੇ ਜਾਂ ਕਿਤੇ, ਉਹਨੂੰ ਵੰਡ ਵਾਲਾ ਭਾਂਡਾ ਕਹਿੰਦੇ ਸੀ। ਉਹਨੂੰ ਲੈ ਕੇ ਜਾਂਦੇ ਸੀ ਜਿਹੜੇ ਨਾ ਆਪਣੇ ਸੂਰ ਚਾਰਦੇ ਨੇ ਜਾਂ ਹੋਰ, ਉਹ ਲੈ ਜਾਂਦੇ ਨੇ। ਅੱਜ ਵੀ ਅਸੀਂ ਕੁਟੀਆ ਸਾਹਿਬ ਜਾਂਦੇ ਆ, ਉਹ ਜਿਵੇਂ ਕੁਝ ਬਚ ਗਿਆ ਪਲੇਟ 'ਚ ਉਹ 'ਚ ਸਿੱਟਤਾ, ਕੁਝ ਹੋਰ ਬਚ ਗਿਆ, ਅਚਾਰ ਬਚ ਗਿਆ, ਕੁਝ ਵੀ ਥੋੜਾ ਬਹੁਤਾ ਬਚੀ ਜਾਂਦਾ। ਲੋਕ ਨਾ ਉੱਥੇ ਕੁਟੀਆ ਸਾਹਿਬ ਅੱਜ ਵੀ ਲਾਇਆ ਹੋਇਆ ਸਾਡੇ, ਜਿੱਥੇ ਮਹਾਂਪੁਰਖਾਂ ਉਹਨੂੰ ਉਹ ਲੈ ਜਾਂਦੇ ਨੇ ਵੀ ਅਸੀਂ ਉਹਨਾਂ ਨੂੰ ਪਾ ਦਾਂਗੇ, ਸੂਰਾਂ ਨੂੰ ਪਾ ਦਾਂਗੇ ਜਾਂ ਹੋਰ ਨੂੰ। ਅਸੀਂ ਉਹਦੇ ਨਾਲੋਂ ਵੀ ਸੁਚੇਤ ਨਹੀਂ ਹੈਗੇ। ਦੇਖੋ ਜਿਹੜਾ ਕੁਝ ਹੁੰਦਾ ਪਲੇਟ 'ਚ ਰੱਖੀ ਜਾਂਦੇ ਆ, ਖਾਈ ਜਾਂਦੇ ਆ। ਤੇ ਦੂਜੀ ਗੱਲ, ਤੁਸੀਂ 10 ਬੰਦਿਆਂ ਨੂੰ ਪੁੱਛ ਲਓ, 10 ਤੁਹਾਨੂੰ ਇਹ ਦੱਸਣਗੇ ਵੀ ਅਸੀਂ ਤਾਂ ਯਾਰ ਵਿਆਹ 'ਚ ਖਾਂਦੇ ਨਹੀਂ ਵਾਲਾ ਕੁਛ, ਵੀ ਕਿਤੇ ਵਿਆਹ 'ਚ ਚਲੀਏ। ਵੀ ਫਿਰ ਉਹ ਲੋਕ ਕੌਣ ਨੇ ਜਿਹੜੀ 1500 ਰੁਪਏ ਦੀ 2000 ਰੁਪਏ ਦੀ ਪਲੇਟ ਸਰਵ ਹੋ ਰਹੀ ਆ? ਉਹ ਲੋਕ ਕੌਣ ਨੇ ਜਿਹੜੇ ਖਾਂਦੇ ਨੇ? ਸਾਡੇ 'ਚੋਂ ਹੀ ਨੇ। ਅਸੀਂ ਕਹਿਣੀ ਤੇ ਕਰਨੀ 'ਚ ਫਰਕ ਪਾ ਚੁੱਕੇ ਹਾਂ। ਅਸੀਂ ਸਿੰਪਲ, ਤੁਸੀਂ ਚਲੇ ਜਾਓ ਕਿਤੇ ਵੀ, ਤੁਸੀਂ ਹੇਠਾਂ ਬੈਠ ਕੇ ਵਿਆਹ 'ਚ ਤਾਂ ਕੀ, ਕਿਸੇ ਰਿਸ਼ਤੇਦਾਰ ਦੇ ਘਰੇ ਜਾ ਕੇ ਵੀ ਤੁਸੀਂ ਕਹਿ ਨਹੀਂ ਸਕਦੇ ਵੀ ਮੈਂ ਹੇਠਾਂ ਬੈਠ ਕੇ ਚੌਂਕੜੀ ਮਾਰ ਕੇ ਰੋਟੀ ਖਾਣੀ ਹੈ, ਕਿਉਂਕਿ ਸਾਡੇ 'ਚ ਉਹ ਸ਼ਕਤੀ ਨਹੀਂ ਰਹੀ, ਸਾਡੇ ਅੰਦਰ ਉਹ ਇੱਕ ਜਜ਼ਬਾ ਨਹੀਂ ਰਿਹਾ ਸੱਚ ਬੋਲਣ ਵਾਲਾ ਵੀ ਯਾਰ ਮੈਨੂੰ ਤਾਂ ਇਦਾਂ ਆਨੰਦ ਆਉਂਦਾ। ਅਸੀਂ ਫੈਸ਼ਨ 'ਚ ਫਸ ਗਏ ਬਸ। ਡਾਕਟਰ ਸਾਹਿਬ ਚਲੋ ਹੁਣ ਜਦੋਂ ਇੱਥੇ ਗੱਲ ਆਈ ਗਈ ਹੈ ਖਾਣ ਪੀਣ ਦੀ, ਆਨੰਦ ਆਉਂਦਾ,
ਤੇ ਜਿਹੜੇ ਲੋਕ ਹੁਣ ਚਮਚਿਆਂ ਤੱਕ ਪਹੁੰਚ ਗਏ ਨੇ, ਜੀ ਚਾਂਦੀ ਦੇ ਵੀ ਖਰੀਦੇ ਜਾ ਰਹੇ ਨੇ, ਖਰੀਦੇ ਜਾ ਰਹੇ। ਤੇ ਜਿਹੜਾ ਹੱਥ ਨਾਲ ਖਾਣਾ ਹੈ ਕਹਿੰਦੇ ਉਹਦਾ ਤਾਂ ਨਾਲੇ ਸਿਹਤ ਨੂੰ ਫਾਇਦਾ ਹੈ ਬਿਲਕੁਲ ਤੇ ਨਾਲੇ ਟੇਸਟ ਦਾ ਫਰਕ ਹੈ। ਬਿਲਕੁਲ, ਬਹੁਤ ਜ਼ਿਆਦਾ ਇਹ ਤੁਸੀਂ ਚੰਗੀ ਗੱਲ ਕੀਤੀ ਹੈ ਤੇ ਚੰਗਾ ਨਹੀਂ, ਸਵਾਲ ਗੱਲਾਂ ਤਾਂ ਤੁਸੀਂ ਚੰਗੀਆਂ ਕਰਦੇ ਹੋ, ਮੈਂ ਤਾਂ ਸਵਾਲ ਨਹੀਂ ਚਲੋ ਗੱਲ ਇਹ ਆ, ਇੱਕ ਜਦੋਂ ਜਿਹੜੀ ਗੱਲ ਤੁਸੀਂ ਪਹੁੰਚਾਉਣ ਵਾਲੀ ਆ ਤੁਹਾਨੂੰ ਪਤਾ ਹੁੰਦਾ ਵੀ ਲੋਕਾਂ ਨੇ ਕੀ ਪੁੱਛਣਾ ਜਾਂ ਕਿੱਦਾਂ ਆ। ਜਦੋਂ ਅਸੀਂ ਹੱਥ ਨਾਲ ਖਾਣਾ ਖਾਂਦੇ ਆ, ਜਿਹੜਾ ਸਾਡਾ ਚਮਚ ਆ ਉਹਦੇ ਨਾਲ ਜਿਹੜਾ ਰਿਐਕਸ਼ਨ ਹੋਣਾ, ਕੈਮੀਕਲ ਇੱਕ ਰਿਐਕਸ਼ਨ ਹੁੰਦਾ ਆ। ਤੁਸੀਂ ਨੋਟ ਕਰ ਲਓ, ਜਿਹੜਾ ਬੱਚਾ ਕਹਿੰਦਾ ਵੀ ਮੈਨੂੰ ਭੁੱਖ ਨਹੀਂ ਲੱਗਦੀ, ਇਹ ਮੇਰਾ ਦਾਅਵਾ, ਮੈਂ ਹਜ਼ਾਰਾਂ ਲੱਖਾਂ ਬੱਚਿਆਂ ਤੇ ਅਜ਼ਮਾ ਕੇ ਦੇਖ ਲਿਆ 20 ਸਾਲ ਦੇ ਵਿੱਚ। ਉਹਨੂੰ ਤੁਸੀਂ ਹੱਥ ਧਵਾਓ ਉਹਦੇ ਚੰਗੀ ਤਰ੍ਹਾਂ ਵੀ ਬੇਟਾ ਹੱਥ ਨਾਲ ਹੀ ਖਾਣਾ, ਜੇ ਉਹ ਕੁਝ ਵੀ ਖਾਣਾ, ਉਹਨੇ ਰੋਟੀ ਵੀ ਖਾਣੀ, ਉਹਨੂੰ ਚੂਰ ਕੇ ਦੇ ਦਿਓ ਵੀ ਹੱਥ ਨਾਲ ਖਾਣੀ ਆ। 5ਵੇਂ 6ਵੇਂ ਦਿਨ ਬੱਚੇ ਦੀ ਖੁਰਾਕ ਜੇ ਅੱਧੀ ਰੋਟੀ ਖਾਂਦਾ ਤਾਂ 1.5 ਰੋਟੀ ਤੇ ਪਹੁੰਚ ਜਾਊਗਾ, ਮਤਲਬ 75% ਇਜ਼ਾਫਾ ਹੋ ਜਾਊਗਾ ਉਹਦੀ ਡਾਈਟ ਦੇ ਵਿੱਚ। ਕਿਉਂ? ਕਿਉਂਕਿ ਉਹ ਕੋਈ ਕੈਮੀਕਲ ਰਿਐਕਸ਼ਨ ਨਹੀਂ, ਉਹਨੂੰ ਐਕਸਟਰਾ ਚੀਜ਼ ਨਹੀਂ ਮਿਲ ਰਹੀ ਕੋਈ, ਜੋ ਸਹੀ ਪਦਾਰਥ ਆ ਜਿਹਨੇ ਸਹੀ ਕੰਮ ਕਰਨਾ ਉਹ ਮਿਲ ਰਿਹਾ। ਡਾਕਟਰ ਸਾਹਿਬ ਇੱਕ ਲਾਸਟ ਸਵਾਲ, ਮਲਟੀਗ੍ਰੇਨ ਆਟਾ ਅੱਜ ਕੱਲ੍ਹ ਉਹ ਟ੍ਰੈਂਡ ਵੀ ਚੱਲਿਆ ਤੇ ਗਲੂਟਨ ਫ੍ਰੀ ਦੀ ਲੋੜ ਵੀ ਹੈ ਕਿਤੇ ਕਿਤੇ, ਉਹ ਫਾਇਦੇਮੰਦ ਹੈ ਜਾਂ ਨਹੀਂ? ਫਾਇਦੇਮੰਦ ਆ, ਪਰ ਦੇਖੋ ਮੇਰਾ ਇੱਕ ਸੁਭਾਅ ਹੈ, ਮੈਂ ਨਾ ਤਾਂ ਅਤ ਨਿੰਦਦਾ ਕਿਸੇ ਚੀਜ਼ ਨੂੰ, ਕਿਸੇ ਵੀ ਪਦਾਰਥ ਨੂੰ, ਨਾ ਉਹਦੀ ਅਤਿਸ਼ਯੋਕਤੀ ਕਰਦਾ ਵੀ ਬਹੁਤ ਉਪਮਾ ਕਰ ਦਈਏ। ਜੀ। ਹੁਣ ਦੇਖੋ, ਜਿੱਥੇ ਉਹਦੀ ਲੋੜ ਆ ਉੱਥੇ ਬਹੁਤ ਚੰਗਾ, ਜਿਨ੍ਹਾਂ ਲੋਕਾਂ ਨੂੰ ਲੋੜ ਆ। ਅਸੀਂ ਕੀ ਕਰਨਾ ਆ, ਅਸੀਂ ਕਹਿੰਦੇ ਆ ਵੀ ਕਣਕ ਦਾ ਬਦਲ ਲੈ ਆਓ, ਕਣਕ ਦਾ ਬਦਲ ਅਸੀਂ ਲੈ ਆਵਾਂਗੇ, ਪਰ ਇਹ ਵੀ ਕਿਤੇ ਨਾ ਕਿਤੇ ਮੈਨੂੰ ਕਈ ਵਾਰ ਸਾਜ਼ਿਸ਼ ਦੇ ਤਹਿਤ ਲੱਗਦਾ। ਕਿਉਂਕਿ ਹੁਣ ਜਿੰਨੇ ਫਰਟੀਲਾਈਜ਼ਰ ਕਣਕ ਕਿਉਂ ਖਰਾਬ ਹੋਈ ਆ? ਦਵਾਈਆਂ ਕਰਕੇ ਹੋਈ ਆ। ਪਹਿਲਾ ਸਵਾਲ ਤਾਂ ਇਹ ਆ ਵੀ ਕਣਕ ਕਿਉਂ ਬੰਦ ਕਰਨੀ ਆ, ਦੱਸੋ ਮੈਨੂੰ। ਗਲੂਟਨ ਤਾਂ ਸਾਡੇ ਬਾਪ ਦਾਦੇ ਪੜਦਾਦੇ ਤੋਂ ਖਾਂਦੇ ਆ ਰਹੇ ਆ ਨਾ, ਅਸੀਂ ਕਣਕ ਖਾਂਦੇ ਆ ਰਹੇ ਆ, ਕੋਈ ਨੁਕਸ ਨਹੀਂ ਸੀਗਾ। ਹੁਣ ਇਹ ਜੇ ਕੀ ਕਲਖਤ ਹੋ ਗਿਆ ਕਣਕ ਨੂੰ, ਕਿਉਂ ਮਲਟੀਗ੍ਰੇਨ ਦੀ ਲੋੜ ਪਈ? ਇਹ ਵੀ ਇੱਕ ਸਵਾਲ ਤਾਂ ਬਣਦਾ ਨਾ। ਮੈਨੂੰ ਇਹ ਲੱਗਦਾ ਕਈ ਵਾਰ ਵੀ ਲੋਕਾਂ ਦਾ ਧਿਆਨ ਹਟਾ ਦਿੱਤਾ ਜਾਵੇ, ਵੀ ਲੋਕਾਂ ਨੂੰ ਦੱਸ ਦਿੱਤਾ ਵੀ ਤੁਸੀਂ ਮਲਟੀਗ੍ਰੇਨ ਖਾਓ, ਤਾਂ ਕਿ ਕੋਈ ਸਵਾਲ ਨਾ ਖੜਾ ਕਰੇ ਵੀ ਯਾਰ ਕਣਕ ਕਿਉਂ ਮਾੜੀ ਆ। ਇੱਕ ਟ੍ਰੈਂਡ ਨਵਾਂ ਚੱਲ ਪਿਆ ਨਾਲ, ਉਹ ਮਿਲਟਸ ਦਾ। ਹਾਂ, ਉਹਦੇ ਤੇ ਵੀ ਦੱਸਿਓ, ਕਿਉਂਕਿ ਇੱਕ ਮੈਂ ਪ੍ਰੋਫੈਸਰ ਸਾਹਿਬ ਨਾਲ ਵੈਸੇ ਹੀ ਗੱਲਬਾਤ ਕਰ ਰਿਹਾ ਸੀ, ਉਹ ਕਹਿੰਦੇ ਉਹਨਾਂ ਵੇਲਿਆਂ 'ਚ ਹੁੰਦਾ ਸੀਗਾ ਜਦੋਂ ਮੁਗਲ ਇੱਥੇ ਆਉਂਦੇ ਸੀ ਪੰਜਾਬ ਦੇ ਵਿੱਚ, ਤੇ ਸਾਡੇ ਕੋਲੇ ਖੇਤਾਂ 'ਚ ਬੀਜਣ ਬੂਜਣ ਦਾ ਹੁੰਦਾ ਹੀ ਨਹੀਂ ਸੀ, ਜਾਂ ਉਹ ਨੁਕਸਾਨ ਕਰਦੇ ਸੀ, ਸਾਡੇ ਕੋਲੇ ਖਾਣ ਵਾਸਤੇ ਇਹੋ ਜਿਹਾ ਕੁਝ ਹੀ ਰਹਿ ਜਾਂਦਾ ਸੀ। ਤੇ ਹੁਣ ਪਤਾ ਨਹੀਂ ਗੱਲ ਕਿੰਨੀ ਸਹੀ ਆ, ਬਾਕੀ ਤੁਸੀਂ ਦੱਸ ਸਕਦੇ। ਠੀਕ ਆ, ਮਤਲਬ ਬਹੁਤ ਆਪਾਂ ਪਿੱਛੇ ਜਾਵਾਂਗੇ ਤਾਂ ਉਹ ਉਦਾਂ ਦਾ ਕਲਚਰ ਕੋਈ ਰਿਹਾ ਹੋਊਗਾ ਜਾਂ ਰਹੂਗਾ ਜਾਂ ਹੋਊਗਾ ਉਦੋਂ, ਪਰ ਜਦੋਂ ਹੁਣ ਇੱਕ ਚੇਂਜ ਆ ਜਾਣੀ ਹੈ। ਜੇ ਹੁਣ ਕਣਕ ਦਾ ਬਦਲ ਸਪੋਜ਼ ਅਸੀਂ ਮਿਲਟਸ ਤੇ ਲੈ ਆਂਦਾ, ਉਹਦੀ ਓਨੀ ਡਿਮਾਂਡ ਹੋਊਗੀ, ਫਿਰ ਕੀ ਹੋਊਗਾ? ਉਹਨੂੰ ਫਰਟੀਲਾਈਜ਼ਰ ਪੈਣਗੀਆਂ ਕਿ ਨਹੀਂ ਪੈਣਗੀਆਂ? ਲੋਕ ਉਹਦਾ ਝਾੜ ਵਧਾਉਣਗੇ ਕਿ ਨਹੀਂ ਵਧਾਉਣਗੇ? ਅਸਲ 'ਚ ਲੋੜ ਆ ਕੁਦਰਤ ਨਾਲ ਜੁੜਨ ਦੀ, ਕੁਦਰਤ ਦੀ ਗੋਚ ਪਹੁੰਚੀਏ। ਉਹੀ ਬਦਲ ਆ ਇੱਕ। ਅਸੀਂ ਕਣਕ ਨੂੰ ਮਾੜਾ ਨਹੀਂ ਕਹਿ ਸਕਦੇ। ਤੁਸੀਂ ਕਣਕ ਆਰਗੈਨਿਕ ਕਰੋ, ਉਹਨੂੰ ਆਰਗੈਨਿਕ ਤਰੀਕੇ ਨਾਲ ਉਗਾਓ, ਉਹਨੂੰ ਖਾਓ, ਫਿਰ ਕੋਈ ਨੁਕਸਾਨ ਨਹੀਂ ਉਹਦਾ। ਜਿੱਥੇ ਗਲੂਟਨ ਫ੍ਰੀ ਦੀ ਲੋੜ ਆ, ਉਹ ਕੁਝ ਲੋਕ ਹੋਣਗੇ, 100 ਚੋਂ 2-4 ਲੋਕ ਲੱਭਣਗੇ ਤੁਹਾਨੂੰ, ਜਿਹਨੂੰ ਕਹਿ ਦਾਂਗੇ 100 ਚੋਂ ਵੀ, ਕੀ ਮੇਰਾ ਖਿਆਲ ਆ ਵੀ 1000 ਬੰਦੇ ਚੋਂ 5-4 ਬੰਦੇ ਹੋਣਗੇ ਜਿਨ੍ਹਾਂ ਨੂੰ ਗਲੂਟਨ ਫ੍ਰੀ ਕਰਨ ਦੀ ਲੋੜ ਆ। ਜੀ, ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਜੀ ਸਰ। ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਇਹੋ ਜਿਹੇ ਸੂਰਜਾਂ ਦੀ ਲੋੜ ਹੈ ਜਿਹੜੇ ਸਾਨੂੰ ਦੱਸਣ ਕਿ ਧਰਤੀ ਦੀ ਗੋਦ ਦੇ ਵਿੱਚ ਬੜਾ ਕੁਛ ਹੈ। ਡਾਕਟਰ ਸਾਹਿਬ ਦੇ ਨਾਲ ਗੱਲਾਂ ਕੀਤੀਆਂ ਅੱਜ, ਇੱਕ ਸਿੱਧ ਪੱਧਰੀ ਗੱਲਬਾਤ ਸੀ, ਕੁਛ ਪਲਾਨ ਨਹੀਂ ਸੀਗਾ, ਕਿਉਂਕਿ ਅਸੀਂ ਜੀਵਨ ਜਾਂਚ ਦੇ ਨਾਲ ਤੁਰੇ ਹਾਂ ਅਤੇ ਉੱਥੇ ਵੀ ਕੁਛ ਪਲਾਨ ਨਹੀਂ ਚੱਲਦਾ, ਇਸ ਕਰਕੇ ਗੱਲ ਤੁਹਾਡੇ ਤੱਕ ਪਹੁੰਚਦੀ ਕੀਤੀ ਹੈ। ਜੇ ਵਧੀਆ ਲੱਗੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਸ਼ੇਅਰ ਫੇਰ ਕਰਨੀ ਹੈ ਜੇ ਸੱਚੀ ਇਹ ਫਾਇਦੇਮੰਦ ਹੈ।